वाहिगुरु जी तू सुल्तान कहाँ हऊँ मियाँ तेरी कवन वडाई। जो तू देह सो कहाँ स्वामी मैं मूर्ख कहन न जाई। तुध आगे अरदास हमारी जियो पिंड सब तेरा। कहो नानक सब तेरी वड्याई कोई नाऊ ना जाने मेरा। सो कहो टल गुर सेवियै अहनिस सहज सुपाए। दर्शन परसै गुरु कै जन्म मरण दुख जाय। होवै सिवत खसम दी नूर अरसों कुरसों झट्टीऐ। तुद डिठै सच्चे पातशाह मल जन्म जन्म दी कट्टीऐ। सज्जन सच्चा पातशाह सिर शाहां दे शाह। जिस पास बैठिया सोही है सबना दा वेसा। सतनाम श्री वाहिगुरु साहिब जी। वडहंस महला तीजा। इहु शरीर जजरी है इसनो जर पहुँचाई। गुर राखी से उबरे होर मर जमै आवा जाए। इहु शरीर जजरी है इसनो जर पहुँचाया। गुर राखी से उबरे होर मर जमै आवा जाए। होर मर जमह आवाहे जावाहे अंत गए पछुतावाहे। बिन नावा सुख ना होई आथा कमावा सो फल पावा। मन मुख है पत खोई जमपुर घोर अंधार महागुबार। नात था पहन ना पाई इहो शरीर जजरी है। इसनो जर पहुँचाई जमपुर घोर अंधार महागुबार। नात था भैन ना पाई इहो शरीर जजरी है। इसनो जर पहुँचाई। वाहिगुरु जी का खालसा वाहिगुरु जी की फतेह। सर्व कला समर्थ जुगो जुग अटल चवर छत्र तख्त दे मालिक सतगुरु साहिब श्री गुरु ग्रंथ साहिब जी की पावन पवित्र हजूरी विच इस महान पवित्र इतिहासक स्थान गुरुद्वारा मंजी साहिब दीवान हाल विच ਅਤੇ ਘਰਾਂ ਵਿੱਚ ਦੂਰ ਦੁਰਾਡੇ ਗੁਰੂ ਸ਼ਬਦ ਦੇ ਨਾਲ ਜੁੜ ਬੈਠੀ ਗੁਰੂ ਸਵਾਰੀ ਸਾਧ ਸੰਗਤ ਜੀਓ। ਵਾਹਿਗੁਰੂ ਜੀ ਦੀ ਬਖਸ਼ਿਸ਼ ਹੋਈ ਹੈ ਜਿੱਥੇ ਅੰਮ੍ਰਿਤ ਵੇਲੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਇਸ਼ਨਾਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉੱਥੇ ਜੋ ਅੰਮ੍ਰਿਤ ਵੇਲੇ ਜੋ ਪਵਿੱਤਰ ਮੁੱਖ ਵਾਕ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਸੀ
ਉਸ ਦੀ ਵਿਚਾਰ ਸਰਵਣ ਕਰਨ ਦੇ ਲਈ ਆਪ ਜੀ ਇਸ ਮਹਾਨ ਇਤਿਹਾਸਕ ਸਥਾਨ ਤੇ ਜੁੜ ਬੈਠੇ ਹੋ। ਅੱਜ ਦਾ ਇਹ ਪਵਿੱਤਰ ਮੁੱਖ ਵਾਕ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਬਖਸ਼ਿਸ਼ ਕੀਤਾ ਹੋਇਆ ਵਡਹੰਸ ਰਾਗ ਵਿੱਚੋਂ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ। ਵਾਹਿਗੁਰੂ ਜੀ ਨੇ ਇਹ ਜੋ ਸੰਸਾਰ ਰਚਿਆ ਹੈ ਬੜਾ ਅਦਭੁਤ ਹੈ, ਬੜਾ ਮਹਾਨ ਹੈ। ਸਮੁੱਚੇ ਬ੍ਰਹਿਮੰਡ ਦੇ ਅੰਦਰ ਸਭ ਤੋਂ ਜੋ ਉੱਤਮ ਰਚਨਾ ਹੈ ਪ੍ਰਮਾਤਮਾ ਦੀ, ਉਹ ਇਹ ਧਰਤੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਪੜ੍ਹਦੇ ਹਾਂ। ਸਤਿਗੁਰੂ ਜੀ ਨੇ ਬਚਨ ਕੇ ਰਾਤੀ ਰੁੱਤੀ ਥਿਤੀ ਵਾਰ, ਪੌਣ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਸਤਿਗੁਰੂ ਜੀ ਨੇ ਧਰਤੀ ਨੂੰ ਧਰਮਸਾਲ ਕਿਹਾ। ਜਿੱਥੇ ਧਰਤੀ ਮਹਾਨ ਉੱਤਮ ਰਚਨਾ ਹੈ ਪ੍ਰਮਾਤਮਾ ਦੀ, ਉੱਥੇ ਇਸ ਧਰਤੀ ਤੇ ਬੇਅੰਤ ਜੀਵਨਾਂ ਚੋਂ ਸਭ ਤੋਂ ਉੱਤਮ ਦੇਹੀ ਮਨੁੱਖ ਦੀ ਹੈ। ਗੁਰਬਾਣੀ 'ਚ ਸਤਿਗੁਰੂ ਜੀ ਨੇ ਇਸ ਨੂੰ ਦੁਰਲੱਭ ਕਿਹਾ, ਇਸ ਨੂੰ ਹੀਰੇ ਦੇ ਨਾਲ ਵੀ ਤੁਲਨਾ ਦਿੱਤੀ ਹੈ। ਬੇਅੰਤ ਵਡਿਆਈ ਮਨੁੱਖਾ ਜ਼ਿੰਦਗੀ ਦੀ, ਮਨੁੱਖਾ ਸਰੀਰ ਦੀ ਕੀਤੀ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਧਰਤੀ ਤੇ ਜਾਂ ਇਸ ਸਮੁੱਚੇ ਸੰਸਾਰ ਵਿੱਚ ਹਰ ਚੀਜ਼ ਨਾਸਵੰਤ ਹੈ। ਮਨੁੱਖਾ ਜ਼ਿੰਦਗੀ ਵੀ ਨਾਸਵੰਤ ਹੈ, ਇਹ ਸਦਾ ਕਾਇਮ ਨਹੀਂ ਰਹਿਣੀ। ਪਰ ਮਨੁੱਖ ਦੇ ਮਨ 'ਚ ਜਦੋਂ ਅਗਿਆਨਤਾ ਹੁੰਦੀ ਹੈ, ਜ਼ਿੰਦਗੀ ਦਾ ਗਿਆਨ ਨਹੀਂ ਹੁੰਦਾ, ਉਹ ਇਸ ਸਰੀਰ ਨੂੰ ਸੱਚ ਸਮਝ ਬੈਠਦਾ ਹੈ, ਇਸ ਜਗਤ ਨੂੰ ਸੱਚ ਸਮਝ ਬੈਠਦਾ ਹੈ। ਇਸ ਸਰੀਰ 'ਚ ਵਿਕਾਰਾਂ ਨਾਲ, ਔਗੁਣਾਂ ਨਾਲ ਜੁੜ ਕੇ ਆਪਣੇ ਹੀਰੇ ਜੈਸੇ ਜੀਵਨ ਨੂੰ ਕੌਡੀਆਂ ਦੇ ਭਾਗ ਵਾਹ ਦਿੰਦਾ ਹੈ। ਧਰਮ ਦੀ ਦੁਨੀਆ ਦੇ ਅੰਦਰ ਜ਼ਿਆਦਾਤਰ ਇਹ ਗੱਲ ਪ੍ਰਚਾਰੀ ਗਈ, ਇਹ ਸਰੀਰ ਨਾਸਵੰਤ ਹੈ, ਇਹ ਸੰਸਾਰ ਨਾਸਵੰਤ ਹੈ। ਦੁਨੀਆ ਫਿਰ ਸਮਾਜ ਤੋਂ, ਦੁਨੀਆ ਤੋਂ ਕਿਨਾਰਾ ਕਰਕੇ ਲੋਕ ਜੰਗਲਾਂ ਨੂੰ ਤੁਰ ਪਏ। ਬਹੁਤੇ ਲੋਕਾਂ ਨੇ ਸਰੀਰ ਦੇ ਉੱਪਰ ਹੀ ਜ਼ੁਲਮ ਸ਼ੁਰੂ ਕਰਤੀ। ਕੋਈ ਬਿਨਾਂ ਕੱਪੜਿਆਂ ਤੋਂ ਤੁਰਿਆ ਫਿਰਦਾ ਹੈ, ਕੋਈ ਸਰੀਰ ਨੂੰ ਕਸ਼ਟ ਦੇ ਰਿਹਾ ਹੈ। ਅੱਜ ਦੇ ਯੁੱਗ 'ਚ ਵੀ ਆਪਾਂ ਦੇਖਦੇ ਹਾਂ, ਅਗਿਆਨਤਾ ਵਸ ਬਹੁਤ ਪ੍ਰਾਣੀ ਆਪਣੀ ਇਸ ਦੁਰਲੱਭ ਜ਼ਿੰਦਗੀ ਨੂੰ ਖਤਮ ਕਰ ਲੈਂਦੇ ਨੇ, ਇਵੇਂ ਕਹਿ ਲਓ ਆਤਮਘਾਤ ਕਰ ਲੈਂਦੇ ਨੇ। ਪਰ ਸਤਿਗੁਰੂ ਜੀ ਨੇ ਬੜੀ ਕਿਰਪਾ ਕੀਤੀ, ਜਿੱਥੇ ਇਹ ਗਿਆਨ ਦਿੱਤਾ ਹੈ ਕਿ ਦੁਨੀਆ ਦੀ ਹਰ ਚੀਜ਼ ਨਾਸਵੰਤ ਹੈ, ਸਰੀਰ ਵੀ ਨਾਸਵੰਤ ਹੈ, ਪਰ ਇਹ ਸਰੀਰ ਅਕਾਰਥ ਨਹੀਂ ਹੈ। ਇਹ ਸਰੀਰ ਜਿਹੜਾ ਇਹ ਹੀਰੇ ਜੈਸਾ ਹੈ, ਇਹ ਸਰੀਰ ਦੁਰਲੱਭ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਪੜ੍ਹੋਗੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਰੀਰ ਦੀ ਬਹੁਤ ਵਡਿਆਈ ਕੀਤੀ ਹੈ। ਸਰੀਰ ਨੂੰ ਹਰਿਮੰਦਰ ਵੀ ਕਿਹਾ, ਸਰੀਰ ਨੂੰ ਕੰਚਨ ਕਾਇਆ ਗੋਟ ਗੜ ਵੀ ਕਿਹਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਰੀਰ ਦੀ ਗੱਲ ਕਰਦੇ ਆ, ਕਿਤੇ ਇਸ ਸਰੀਰ ਨੂੰ ਘੋੜੀ ਨਾਲ ਤੁਲਨਾ ਦਿੰਦੇ ਨੇ, ਜਿਹਦੇ ਤੇ ਬੈਠ ਕੇ ਅਸੀਂ ਨਿਰੰਕਾਰ ਦੇ ਮੁਲਕ 'ਚ ਪਹੁੰਚਣਾ। ਸਰੀਰ ਵਾਹਿਗੁਰੂ ਜੀ ਨੇ ਇੱਕ ਇਹੋ ਜਿਹਾ ਦੁਰਲੱਭ ਸਾਧਨ ਦਿੱਤਾ ਹੈ ਕਿ ਜੇ ਪ੍ਰਮਾਤਮਾ ਦੇ ਪਿਆਰ 'ਚ ਜੁੜਨਾ ਹੈ, ਉਹ ਕੇਵਲ ਮਨੁੱਖਾ ਜ਼ਿੰਦਗੀ ਹੈ। ਮਨੁੱਖ ਤੋਂ ਬਿਨਾਂ ਹੋਰ ਕੋਈ ਪ੍ਰਮਾਤਮਾ ਦੇ ਪਿਆਰ 'ਚ ਨਹੀਂ ਜੁੜ ਸਕਦਾ। ਬਾਬਾ ਕਬੀਰ ਸਾਹਿਬ ਜੀ ਦੇ ਪਵਿੱਤਰ ਬਚਨ ਪੜ੍ਹਦੇ ਹਾਂ, ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਫਿਰ ਕਹਿੰਦੇ ਇਸ ਦੇਹੀ ਕਹੋ ਸਿਮਰੈ ਦੇਵ, ਸਾ ਦੇਹੀ ਭਜ ਹਰ ਕੀ ਸੇਵ। ਉਹ ਬੰਦਿਆ, ਇਸ ਮਨੁੱਖਾ ਜ਼ਿੰਦਗੀ ਲਈ, ਸਰੀਰ ਲਈ ਤਾਂ ਦੇਵਤੇ ਵੀ ਤਰਸਦੇ ਨੇ। ਦੇਵਤੇ ਮਨੁੱਖ ਨਾਲੋਂ ਮਹਾਨ ਨਹੀਂ ਹੈ। ਜੇਕਰ ਪ੍ਰਮਾਤਮਾ ਦੇ ਪਿਆਰ ਜੁੜਿਆ ਜਾ ਸਕਦਾ ਹੈ, ਉਹ ਕੇਵਲ ਤਾਂ ਕੇਵਲ ਇਸ ਮਨੁੱਖਾ ਜ਼ਿੰਦਗੀ ਵਿੱਚ ਹੀ ਹੈ, ਇਸ ਸਰੀਰ ਵਿੱਚ ਹੀ ਹੈ। ਜੇ ਸਰੀਰ ਦਾ ਸਾਨੂੰ ਗਿਆਨ ਨਹੀਂ ਹੋਵੇਗਾ, ਜ਼ਿੰਦਗੀ ਆਕਾਰ ਚਲੀ ਜਾਏਗੀ। ਗੁਰਬਾਣੀ ਪੜ੍ਹੋਗੇ, ਗੁਰਬਾਣੀ ਨੇ ਭਰਪੂਰ ਗਿਆਨ ਦਿੱਤਾ ਹੈ। ਕਿਤੇ ਇਸ ਸਰੀਰ ਨੂੰ ਖੇਤ ਨਾਲ ਤੁਲਨਾ ਦਿੱਤੀ ਹੈ। ਹੁਣ ਜ਼ਿਮੀਂਦਾਰ ਕੋਲ ਖੇਤ ਹੈ, ਜੇ ਉਹਦੇ ਵਿੱਚ ਕੁਝ ਬੀਜਦਾ ਹੀ ਨਹੀਂ ਹੈ, ਉੱਥੇ ਆਵਾਗੌਣ ਬੂਟੀਆਂ ਉੱਗ ਜਾਂਦੀਆਂ ਨੇ, ਉਹਦੇ 'ਚ ਕਿਸੇ ਦਾ ਕੀ ਕਸੂਰ ਹੈ? ਜੇ ਉਹਦੇ 'ਚ ਗਲਤ ਚੀਜ਼ਾਂ ਬੀਜੇਗਾ, ਉਹਦੇ 'ਚ ਕੀ ਕਿਸੇ ਦਾ ਕਸੂਰ ਹੈ? ਕੁਝ ਜ਼ਿਮੀਂਦਾਰ ਮਿਹਨਤ ਕਰਦੇ ਨੇ, ਉੱਥੇ ਆਪਾਂ ਦੇਖਦੇ ਹਾਂ ਅੰਨ ਪੈਦਾ ਕਰਦੇ ਨੇ, ਦੁਨੀਆ ਖਾਂਦੀ ਹੈ, ਉਹ ਖੇਤ ਜਿਹੜੇ ਸਫਲ ਹੋ ਜਾਂਦੇ ਨੇ। ਇਹ ਸਰੀਰ ਵੀ ਇੱਕ ਖੇਤ ਹੈ, ਇਹਦੇ ਵਿੱਚ ਜੋ ਅਸੀਂ ਬੀਜਾਂਗੇ ਉਹੀ ਕੁਝ ਸਾਨੂੰ ਮਿਲੇਗਾ। ਕਿਤੇ ਸਤਿਗੁਰੂ ਜੀ ਨੇ ਸਰੀਰ ਨੂੰ ਦੁਕਾਨ ਦੇ ਨਾਲ ਤੁਲਨਾ ਦਿੱਤੀ ਹੈ। ਹੁਣ ਦੁਕਾਨ ਤੇ ਕੋਈ ਸੌਦਾ ਹੀ ਨਹੀਂ ਰੱਖਦਾ ਤੇ ਉੱਥੋਂ ਨੂੰ ਕੀ ਮਿਲਣਾ? ਕੋਈ ਮਾੜੀਆਂ ਚੀਜ਼ਾਂ ਰੱਖੇਗਾ ਤੇ ਉੱਥੋਂ ਨੂੰ ਕੀ ਮਿਲਣਾ? ਜੇ ਦੁਕਾਨ ਦੇ ਉੱਪਰ ਆਪਾਂ ਗਿਆਨਵਾਨ ਹੋ ਕੇ ਚੰਗਾ ਸੁਚੱਜਾ ਸੌਦਾ ਰੱਖਾਂਗੇ, ਦੁਕਾਨ ਦੇ ਵਿੱਚੋਂ ਲਾਹਾ ਮਿਲ ਜਾਏਗਾ। ਦੁਕਾਨ ਜਿਹੜੀ ਉਹ ਤੇ ਦੁਕਾਨ ਹੀ ਹੈ, ਲੇਕਿਨ ਉਹਦੇ ਵਿੱਚੋਂ ਲਾਹਾ ਪ੍ਰਾਪਤ ਕਰਨ ਲਈ ਸਾਨੂੰ ਦੁਕਾਨ ਮਿਲੀ ਹੈ। ਖੇਤ ਤਾਂ ਮਿੱਟੀ ਹੀ ਹੈ, ਪਰ ਖੇਤ ਦੇ ਵਿੱਚੋਂ ਅਸੀਂ ਲਾਹਾ ਪ੍ਰਾਪਤ ਕਰਨਾ। ਇਹ ਜ਼ਿੰਦਗੀ ਜਿਹੜੀ ਜਾਂ ਸਰੀਰ ਜਿਹੜਾ, ਇਹ ਵੀ ਤੇ ਆਖਰ ਮਿੱਟੀ ਹੈ। ਇਹਦਾ ਹੰਕਾਰ ਕਰਨਾ, ਇਹਦੇ ਨਾਲ ਮੋਹ ਕਰਨਾ, ਸਤਿਗੁਰੂ ਜੀ ਨੇ ਉਹਦੇ ਤੋਂ ਸਾਨੂੰ ਬਚਾਇਆ। ਬਾਬਾ ਨਾਮਦੇਵ ਜੀ ਦੇ ਬਚਨ ਨੇ ਕਿ ਕਾਹੇ ਰੇ ਨਰ ਗਰਭ ਕਰਤ ਹੋ, ਬਿਨਸ ਜਾਏ ਝੂਠੀ ਦੇਹੀ।
ਬਾਬਾ ਕਬੀਰ ਸਾਹਿਬ ਜੀ ਦਾ ਇੱਕ ਬਚਨ, ਕਬੀਰ ਸੋਈ ਮੁਖ ਧਨ ਹੈ ਜੇ ਮੁਹ ਕਈ ਨਿਕਸੇ ਰਾਮ, ਦੇਹੀ ਕਿਸ ਕੀ ਬਾਪਰੀ ਪਵਿੱਤਰ ਹੋਏ ਗੋ ਗ੍ਰਾਮ। ਕਹਿਣ ਲੱਗੇ ਉਹ ਸਰੀਰ ਧਨ ਹੈ, ਉਹ ਮੁਖ ਧਨ ਹੈ ਜਿਹੜੇ ਪ੍ਰਮਾਤਮਾ ਦਾ ਸਿਮਰਨ ਕਰਦੇ ਨੇ। ਸਰੀਰ ਦੀ ਗੱਲ ਤਾਂ ਕਿਤੇ ਸਾਰਾ ਨਗਰ ਪਵਿੱਤਰ ਹੋ ਜਾਂਦਾ ਹੈ ਜਿੱਥੇ ਕੋਈ ਨਾਮ ਜਪਣ ਵਾਲਾ ਬੈਠਦਾ ਹੈ। ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਨੇ ਅੱਜ ਦੇ ਇਸ ਪਵਿੱਤਰ ਮੁਖਵਾਕ ਵਿੱਚ 4 ਬੰਦ ਬਖਸ਼ਿਸ਼ ਕੀਤੇ ਨੇ। ਪਹਿਲੇ ਬੰਦ ਅੰਦਰ ਸਾਨੂੰ ਇਹ ਦ੍ਰਿੜ ਕਰਾਇਆ ਕਿ ਸਰੀਰ ਨਾਸਵੰਤ ਹੈ ਭਾਈ, ਸਰੀਰ ਦਾ ਹੰਕਾਰ ਨਹੀਂ ਕਰਨਾ, ਸਰੀਰ ਦੇ ਮੋਹ ਵਿੱਚ ਪੈ ਕੇ ਆਪਣੀ ਜ਼ਿੰਦਗੀ ਨੂੰ ਆਪਾਂ ਖਰਾਬ ਨਹੀਂ ਕਰਨਾ, ਇਹ ਟਾਈਮ ਜਿਹੜਾ ਆਪਾਂ ਵੇਸਟ ਨਹੀਂ ਕਰਨਾ। ਇਵੇਂ ਕਹਿ ਲਓ ਜਿਵੇਂ ਦੁਕਾਨ ਤੇ ਜਾ ਕੇ ਆਪਾਂ ਮਾੜੇ ਕੰਮਾਂ 'ਚ ਲੱਗ ਕੇ ਉਹ ਟਾਈਮ ਵੇਸਟ ਨਹੀਂ ਕਰਨਾ, ਉੱਥੇ ਕੁਝ ਲਾਹਾ ਲੈਣਾ। ਇਹ ਜ਼ਿੰਦਗੀ ਲਾਹਾ ਪ੍ਰਾਪਤ ਕਰਨ ਲਈ ਮਿਲੀ ਹੈ। ਗੁਰਬਾਣੀ ਕਹਿੰਦੀ ਕਿ ਲਾਹੇ ਕਾਰਨ ਆਇਆ ਜਗ, ਪ੍ਰਾਣੀ ਤੂੰ ਆਇਆ ਲਾਹਾ ਲੈਣ। ਅਸੀਂ ਇਸ ਜ਼ਿੰਦਗੀ 'ਚ ਸਰੀਰ 'ਚ ਕੁਝ ਲਾਹਾ ਖੱਟਣ ਲਈ ਆਏ ਹਾਂ। ਅਸੀਂ ਘਾਟੇ ਬੰਦੀਆਂ ਵਸਤੂਆਂ ਪ੍ਰਾਪਤ ਕਰਨ ਲਈ ਜਾਂ ਦੁੱਖ ਪ੍ਰਾਪਤ ਕਰਨ ਲਈ ਨਹੀਂ ਆਏ। ਇਹ ਸਰੀਰ ਦੁੱਖ ਪ੍ਰਾਪਤ ਕਰਨ ਲਈ ਨਹੀਂ ਮਿਲਿਆ, ਇਹ ਸਰੀਰ ਆਨੰਦ ਮਾਣਨ ਲਈ ਮਿਲਿਆ। ਆਨੰਦ ਕੇਵਲ ਇਸੇ ਜ਼ਿੰਦਗੀ 'ਚ ਮਿਲ ਸਕਦਾ ਹੈ। ਇਸ ਕਰਕੇ ਸਤਿਗੁਰੂ ਜੀ ਨੇ ਪਹਿਲੇ ਬੰਦ ਦੇ ਅੰਦਰ ਸਰੀਰ ਦੀ ਨਾਸਵੰਤਤਾ ਦ੍ਰਿੜ ਕਰਾ ਕੇ ਸਾਨੂੰ ਇਹਦੇ ਮੋਹ ਤੋਂ, ਹੰਕਾਰ ਤੋਂ ਬਚਣ ਦੀ ਜਿੱਥੇ ਪ੍ਰੇਰਣਾ ਕੀਤੀ ਹੈ। ਦੂਜੇ ਬੰਦ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੇ ਜ਼ਿੰਦਗੀ ਅੰਦਰ ਗੁਰੂ ਮਿਲ ਜਾਏ, ਗੁਰੂ ਦੇ ਰਾਹੀਂ ਸਾਨੂੰ ਸਰੀਰ ਦਾ ਗਿਆਨ ਹੁੰਦਾ ਹੈ। ਸਰੀਰ ਦੀ ਸੋਝੀ ਹਰ ਮਨੁੱਖ ਨੂੰ ਨਹੀਂ ਹੈ ਕਿ ਸਰੀਰ ਕਿੰਨਾ ਮਹਾਨ ਹੈ। ਜਦੋਂ ਅਸੀਂ ਗੁਰੂ ਕੋਲ ਆਵਾਂਗੇ ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣਗੇ ਇਸ ਕਾਇਆ ਵਿੱਚ ਵਸਤ ਅਪਾਰਾ, ਹਰਿਮੰਦਰ ਇਹੋ ਸਰੀਰ ਹੈ, ਇਹ ਸਰੀਰ ਹਰਿਮੰਦਰ ਹੈ। ਇਹ ਤੇ ਗਿਆਨ ਸਾਨੂੰ ਗੁਰੂ ਕੋਲੋਂ ਮਿਲੇਗਾ। ਹੋਰ ਨਾ ਥਾਵਾਂ ਤੇ ਜਾਣਗੇ ਉਹ ਕਹਿਣਗੇ ਭੁੱਖੇ ਰਹੋ, ਵਰਤ ਰੱਖੋ, ਸਰੀਰ ਤੇ ਸੁਆਹ ਮਾਰ ਲਓ, ਰੱਬ ਮਿਲ ਜਾਏਗਾ। ਜੇ ਸਰੀਰ ਹਰਿਮੰਦਰ ਹੈ ਤੇ ਸਰੀਰ ਇਹ ਹਰਿਮੰਦਰ ਤੇ ਸੁਆਹ ਮਾਰਨਾ ਕੋਈ ਸਿਆਣਪ ਹੈ ਜਾਂ ਹਰਿਮੰਦਰ ਨੂੰ ਬਰਬਾਦ ਕਰਨਾ ਕੋਈ ਸਿਆਣਪ ਹੈ? ਇਸ ਕਰਕੇ ਗਿਆਨ ਨਾ ਹੋਣ ਕਰਕੇ ਮਨੁੱਖ ਦੀ ਜ਼ਿੰਦਗੀ ਅੰਦਰ ਜਿੰਨੇ ਦੁੱਖ ਨੇ ਉਹ ਸਰੀਰ ਕਰਕੇ ਨਹੀਂ ਹੈ, ਉਹ ਕਿਸੇ ਵਸਤੂ ਕਰਕੇ, ਕਿਸੇ ਮਨੁੱਖ ਕਰਕੇ ਨਹੀਂ ਹੈ। ਦੁੱਖਾਂ ਦਾ ਕਾਰਨ ਸਿਰਫ ਅਗਿਆਨਤਾ ਹੈ। ਮਨੁੱਖ ਨੂੰ ਇਸ ਸਰੀਰ ਦੀ ਵੈਲਿਊ ਦਾ, ਇਸ ਸਰੀਰ ਦੀ ਪੋਸਿਬਿਲਿਟੀ ਦਾ ਪਤਾ ਨਹੀਂ ਹੈ ਕਿ ਸਰੀਰ ਕਿੰਨਾ ਮਹਾਨ ਹੈ, ਇਹ ਸਰੀਰ ਕਿੰਨਾ ਉੱਤਮ ਹੈ। ਇੰਨੀ ਮਹਾਨ ਜ਼ਿੰਦਗੀ ਪ੍ਰਾਪਤ ਕਰਕੇ ਬੰਦਾ ਮਿੱਟੀ ਦੀਆਂ ਢੇਰੀਆਂ ਨੂੰ ਮੱਥਾ ਟੇਕੀ ਚਲਿਆ ਜਾਂਦਾ ਹੈ। ਇੰਨੀ ਮਹਾਨ ਜ਼ਿੰਦਗੀ ਪ੍ਰਾਪਤ ਕਰਕੇ ਮਨੁੱਖ ਪੱਥਰਾਂ ਦਾ ਪੁਜਾਰੀ ਬਣ ਕੇ ਰਹਿ ਗਿਆ। ਇੰਨੀ ਮਹਾਨ ਜ਼ਿੰਦਗੀ ਪ੍ਰਾਪਤ ਕਰਕੇ ਬੰਦਾ ਪਸ਼ੂਆਂ ਦਾ ਪੁਜਾਰੀ ਬਣ ਕੇ ਰਹਿ ਗਿਆ। ਅਗਿਆਨਤਾ ਵਸ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਸਫਲ ਹੋਤ ਇਹ ਦੁਰਲਭ ਦੇਹੀ ਨਾ ਜਾ ਕੋ ਸਤਿਗੁਰ ਮਇਆ ਕਰੇਹੀ। ਜਿਨ੍ਹਾਂ ਮਨੁੱਖਾਂ ਦੇ ਉੱਪਰ ਵਾਹਿਗੁਰੂ ਜੀ ਦੀ, ਗੁਰੂ ਦੀ ਮਿਹਰ ਹੁੰਦੀ, ਉਹਨਾਂ ਦਾ ਸਰੀਰ ਸਫਲ ਹੋ ਜਾਂਦਾ ਹੈ। ਗੁਰੂ ਅਮਰਦਾਸ ਜੀ ਦੇ ਬਚਨ ਅਸੀਂ ਰੋਜ਼ ਪੜ੍ਹਦੇ ਹਾਂ। ਮਨ ਦੇ ਨਾਲ, ਸਰੀਰ ਨਾਲ ਗੱਲ ਕਰਿਆ ਕਰੋ ਕਿ ਇਹ ਸਰੀਰ ਆ ਮੇਰੇ ਆ, ਇਸ ਜਗ ਮੈਂ ਕਿ ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ, ਜਾਂ ਤੂੰ ਜਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ, ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ, ਕਹੇ ਨਾਨਕ ਇਹੋ ਸਰੀਰ ਪ੍ਰਮਾਣ ਹੋਵਾ, ਜਿਨ ਸਤਿਗੁਰ ਸਿਉ ਚਿਤ ਲਾਇਆ। ਸਰੀਰ ਬੇਅੰਤ ਨੇ ਧਰਤੀ ਤੇ, ਪਰ ਸਾਰੇ ਸਰੀਰ ਪ੍ਰਵਾਨ ਨਹੀਂ ਹੁੰਦੇ। ਬਹੁਤੇ ਸਰੀਰ ਤਾਂ ਆਕਾਰ ਤੇ ਚਲੇ ਜਾਂਦੇ ਨੇ, ਬਿਰਥਾ ਚਲੇ ਜਾਂਦੇ ਨੇ। ਸਰੀਰ ਉਹ ਪ੍ਰਵਾਨ ਹੁੰਦਾ ਹੈ ਜਿਹੜਾ ਗੁਰੂ ਰਾਹੀਂ ਪ੍ਰਮਾਤਮਾ ਦੇ ਪਿਆਰ ਜੁੜਦਾ ਹੈ। ਸਤਿਗੁਰੂ ਜੀ ਨੇ ਤੀਸਰੇ ਬੰਦ ਦੇ ਅੰਦਰ ਜਿੱਥੇ ਗੁਰੂ ਕੇ ਗਿਆਨ ਰਾਹੀਂ ਰੱਬ ਦੇ ਪਿਆਰ 'ਚ ਨਾਮ ਵਿੱਚ ਜੁੜਨ ਦੀ ਵਡਿਆਈ ਦੱਸੀ ਹੈ, ਉੱਥੇ ਆਖਰੀ ਬੰਦ ਦੇ ਅੰਦਰ ਉਹਨਾਂ ਦੀ ਵਡਿਆਈ ਕੀਤੀ ਜਿਹੜੇ ਗੁਰੂ ਰਾਹੀਂ ਪ੍ਰਮਾਤਮਾ ਦੇ ਪਿਆਰ ਜੁੜ ਗਏ ਤੇ ਉਹਨਾਂ ਦਾ ਸਰੀਰ ਕੰਚਨ ਮੰਨਾ ਹੋ ਗਿਆ। ਇਹੀ ਸਰੀਰ ਜਿਹੜਾ ਇਹ ਅਕਾਰਥ ਹੈ ਜੇ ਰੱਬ ਦੇ ਪਿਆਰ 'ਚ ਨਹੀਂ ਜੁੜੇ, ਜੇ ਉੱਤਮ ਕਰਮ ਨਹੀਂ ਕੀਤੇ। ਇਹ ਸਰੀਰ ਜੇ ਸਾਨੂੰ ਗਿਆਨ ਮਿਲ ਜਾਏ ਫਿਰ ਕੰਚਨ ਕਾਇਆ ਕੋਟ ਗੜ ਵਿੱਚ ਹਰ ਹਰ ਸਿੱਧਾ। ਇਹੀ ਸਰੀਰ ਉਦੋਂ ਮਹਾਨ ਬਣ ਜਾਂਦਾ ਹੈ ਜਦੋਂ ਆਪਾਂ ਕਹਿੰਦੇ ਹਾਂ ਕਿ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ। ਸਾਡੇ ਇਸ ਦੇਹੀ ਵਿੱਚ ਪ੍ਰਮਾਤਮਾ ਦਾ ਨਾਮ ਹੈ, ਸਾਡੇ ਇਸ ਸਰੀਰ ਅੰਦਰ ਪ੍ਰਮਾਤਮਾ ਵਸ ਰਿਹਾ। ਕਿੰਨੇ ਪਿਆਰੇ ਬਚਨ ਨੇ, ਹਰਿਮੰਦਰ ਇਹੋ ਸਰੀਰ ਹੈ। ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸਿਰਜਣਾ ਕੀਤੀ, ਜਿਹਦੇ ਅਸੀਂ ਦਰਸ਼ਨ ਦੀਦਾਰ ਕਰਨ ਲਈ ਉਚੇਚੇ ਤੌਰ ਤੇ ਦੂਰ ਦੂਰੋਂ ਆਏ ਹਾਂ। ਹਰਿਮੰਦਰ ਸਾਹਿਬ ਜੀ ਦੇ ਵਿੱਚ ਸਤਿਗੁਰੂ ਜੀ ਨੇ ਸ਼ਬਦ ਦਾ ਪ੍ਰਕਾਸ਼ ਕਰ ਦਿੱਤਾ। ਦੁਨੀਆ ਝੁਕਦੀ ਹੈ, ਹਰਿਮੰਦਰ ਦੁਨੀਆ ਨੂੰ ਗਿਆਨ ਦਿੰਦਾ, ਚਾਨਣ ਦਿੰਦਾ, ਪਿਆਰ ਵੰਡਦਾ ਹੈ, ਭਾਵ ਭਗਤੀ ਵਿੱਚ ਜੋੜਦਾ ਹੈ। ਗੁਰਬਾਣੀ ਕਹਿੰਦੀ ਸਰੀਰ ਵੀ ਹਰਿਮੰਦਰ ਹੈ। ਹੁਣ ਇਹ ਸਰੀਰ ਵਿੱਚ ਤੇ ਸ਼ਬਦ ਦਾ ਪ੍ਰਕਾਸ਼ ਹੋਣਾ ਚਾਹੀਦਾ ਹੈ ਨਾ, ਸਰੀਰ ਵਿੱਚ ਸ਼ਬਦ ਦਾ ਪ੍ਰਕਾਸ਼ ਹੋਣਾ ਚਾਹੀਦਾ ਜੇ ਹਰਿਮੰਦਰ ਹੈ। ਹੁਣ ਅਸੀਂ ਇੱਕ ਕਥਾ ਪੜ੍ਹਦੇ ਹਾਂ ਕਿ ਹਰਿਮੰਦਰ ਸਾਹਿਬ ਜੀ ਦੇ ਵਿੱਚ ਮੱਸਾ ਰੰਗੜ ਆ ਕੇ ਬੈਠ ਗਿਆ। ਉਹਨੇ ਇੱਥੇ ਆਵਾਗਮਨ ਕੰਮ ਕਰਨੇ ਸ਼ੁਰੂ ਕਰਤੇ, ਨਸ਼ੇ ਕਰਨੇ ਸ਼ੁਰੂ ਕਰਤੇ, ਗਲਤ ਕੰਮ ਕਰਨੇ ਸ਼ੁਰੂ ਕਰਤੇ। ਉਹ ਰੱਬ ਨੂੰ ਪ੍ਰਵਾਨ ਨਹੀਂ ਸੀ, ਗੁਰਸਿੱਖ ਆਏ ਉਹਨਾਂ ਨੇ ਉਹਦਾ ਸਿਰ ਲਾ ਦਿੱਤਾ। ਹੁਣ ਇਹ ਤੇ ਗੱਲ ਅਸੀਂ ਮੰਨਦੇ ਹਾਂ ਕਿ ਹਰਿਮੰਦਰ ਸਾਹਿਬ 'ਚ ਮੱਸਾ ਰੰਗੜ ਬੈਠਾ ਪ੍ਰਵਾਨ ਨਹੀਂ ਜੇ ਸ਼ਰਾਬਾਂ ਦੇ ਦੌਰ ਚਲਾਉਂਦਾ ਹੈ,
ਜੇ ਸਾਡਾ ਸਰੀਰ ਹਰਮੰਦਰ ਹੈ, ਅਸੀਂ ਆਪ ਹੀ ਸ਼ਰਾਬਾਂ ਪਾਈ ਜਾਈਏ ਤੇ ਅਸੀਂ ਮੱਸੇ ਰੰਗੜ ਤੋਂ ਘੱਟ ਹੈ? ਕੀ ਸਾਨੂੰ ਇਹ ਪ੍ਰਵਾਨ ਕਰੇਗਾ ਪ੍ਰਮਾਤਮਾ? ਇਸ ਕਰਕੇ ਸਤਿਗੁਰੂ ਜੀ ਨੇ ਸਰੀਰ ਨੂੰ ਨਾਸਵੰਤ ਜ਼ਰੂਰ ਦੱਸਿਆ ਹੈ, ਪਰ ਇਹ ਸਰੀਰ ਕੰਚਨ ਕਾਇਆਵੰਨਾ ਕਿਵੇਂ ਬਣ ਸਕਦਾ ਹੈ? ਇਹ ਸਰੀਰ ਪੂਜਨੀਕ ਕਿਵੇਂ ਬਣ ਸਕਦਾ ਹੈ? ਸਫਲ ਕਿਵੇਂ ਹੋ ਸਕਦਾ ਹੈ? ਇਹ ਗਿਆਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਬਖਸ਼ ਰਹੇ ਨੇ। ਆਓ ਆਪਾਂ ਮਿਲ ਕੇ ਗੁਰੂ ਕੇ ਇਸ ਪਾਵਨ ਮੁੱਖ ਵਾਕ ਦੀ ਵਿਚਾਰ ਸਾਂਝੀ ਕਰੀਏ। ਗੁਰੂ ਚਰਨਾਂ ਦਾ ਧਿਆਨ ਧਰਦੇ ਆ, ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਾਰੇ ਹੀ ਮੁਖ ਤੋਂ ਉਚਾਰਨ ਕਰੀਏ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਤੀਜਾ। ਇਹੋ ਸਰੀਰ ਜਜਰੀ ਹੈ, ਇਹ ਸੁਨੋ ਜਰ ਪਹੁੰਚਾਇਆ ਏ। ਧੰਨ ਗੁਰੂ ਅਮਰਦਾਸ ਜੀ ਦੇ ਇਹ ਪਾਵਨ ਅਮੋਲ ਬਚਨ ਵਡਹੰਸ ਰਾਗ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 584 ਅਤੇ 85 ਤੇ ਸੁਭਾਇਮਾਨ ਨੇ। ਗੁਰਦੇਵ ਕਹਿੰਦੇ ਭਾਈ ਸਰੀਰ ਜਜਰੀ ਹੈ, ਜ਼ਰਜ਼ਰਾ ਹੈ, ਨਾਸਵੰਤ ਹੈ, ਇਹ ਸਦਾ ਕਾਇਮ ਨਹੀਂ ਰਹਿਣਾ। ਜਰਜਰੀ ਚੀਜ਼ ਉਹ ਜਿਹੜੀ ਭੁਰਦੀ ਰਹਿੰਦੀ, ਸਹਿਜੇ ਸਹਿਜੇ ਭੁਰਦੇ, ਆਪਾਂ ਕਹਿੰਦੇ ਜਰਜਰ ਹੈ। ਇਹ ਸਰੀਰ ਤਾਂ ਸਹਿਜੇ ਸਹਿਜੇ ਖਤਮ ਹੋ ਜਾਣਾ, ਇਹਦੇ ਤੇ ਬੁਢੇਪਾ ਆਉਣਾ ਹੀ ਆਉਣਾ। ਜਿੰਨਾ ਮਰਜੀ ਯਤਨ ਕਰ ਲੋ, ਜੇ ਜਰਵਾਣਾ ਪਰ ਹਰੈ ਜਰ ਵੇਸ ਕਰੇਂਦੀ ਆਈਏ। ਬੰਦਾ ਜਿੰਨਾ ਮਰਜੀ ਯਤਨ ਕਰੇ ਕਿ ਮੈਂ ਲੋਕਾਂ ਨੂੰ ਬੁੱਢਾ ਨਾ ਹੋਵਾਂ, ਮੈਂ ਬਿਰਧ ਨਾ ਹੋਵਾਂ। ਆਪਾਂ ਦੇਖਦੇ ਕਈ ਵਾਰੀ, ਦੇਖੋ ਬੁੱਢੇ ਹੋਣਾ ਕੋਈ ਮਾੜੀ ਗੱਲ ਨਹੀਂ ਹੈ। ਇਹ ਜਵਾਨੀ ਵੀ ਰੱਬ ਦੀ ਇੱਕ ਅਮੋਲਕ ਦਾਤ ਹੈ, ਤੇ ਬਿਰਧ ਅਵਸਥਾ ਉਦੋਂ ਮਹਾਨ ਦਾਤ ਹੈ, ਉਦੋਂ ਬੜੀ ਉੱਤਮ ਦਾਤ ਹੈ। ਔਰ ਇਹ ਬਿਰਧ ਅਵਸਥਾ ਵੀ ਇੱਕ ਵਾਹਿਗੁਰੂ ਜੀ ਵੱਲੋਂ ਦਿੱਤੀ ਹੋਈ ਦਾਤ ਸਮਝ ਕੇ ਜਿਹੜੇ ਪ੍ਰਵਾਨ ਕਰਦੇ ਨੇ, ਰੱਬ ਦੇ ਪਿਆਰ ਜੁੜਦੇ ਨੇ। ਬੁਢੇਪਾ ਤੇ ਉਹਨਾਂ ਤੇ ਅਸਰ ਹੀ ਕਦੇ ਨਹੀਂ ਪਾਉਂਦਾ। ਗੁਰਮੁਖ ਬੁੱਢੇ ਕਦੇ ਨਹੀਂ, ਜਿਨ੍ਹਾਂ ਅੰਤਰ ਸੁਰਤ ਗਿਆਨ। ਸਰੀਰ ਨੇ ਤੇ ਪੁਰਾਣੇ ਹੋਣਾ ਹੀ ਹੈ। ਤੁਸੀਂ ਬਾਹਰੋਂ ਇਹਨੂੰ ਰੰਗ ਰੁੰਗ ਕੇ ਜਾਂ ਹੋਰ ਕਿਸੇ ਤਰੀਕੇ ਨਾਲ ਕਹੋ ਜੀ ਮੇਰੇ ਤੇ ਬੁਢੇਪਾ ਨਹੀਂ ਜੀ, ਮੈਂ ਬੁੱਢਾ ਨਹੀਂ ਹੋਇਆ, ਇਹ ਗੱਲ ਨਹੀਂ ਚੱਲਣੀ। ਇਸ ਨੂੰ ਜਰ ਪਹੁੰਚੇ ਆਏ। ਬੁਢੇਪੇ ਨੇ ਆਉਣੇ, ਜੇ ਬਚਪਨ ਹੈ ਜਵਾਨੀ ਆਉਣੀ ਆਉਣੀ ਹੈ। ਜੇ ਜਵਾਨੀ ਹੈ ਤੇ ਇਹਦੇ ਤੇ ਬਿਰਧ ਅਵਸਥਾ ਵੀ ਆਉਣੀ ਹੈ, ਇਹਨੂੰ ਕੋਈ ਰੋਕ ਨਹੀਂ ਸਕਦਾ। ਇਹ ਕੁਦਰਤ ਦਾ ਇੱਕ ਨਿਯਮ ਹੈ, ਅਟਲ ਹੈ, ਇਹ ਅੱਜ ਤੱਕ ਬਦਲਿਆ ਨਹੀਂ ਜਾ ਸਕਦਾ। ਹਾਂ, ਸਰੀਰ ਸਾਨੂੰ ਮਿਲਿਆ ਹੈ, ਜੇ ਸਰੀਰ 'ਚ ਅਸੀਂ ਪ੍ਰਮਾਤਮਾ ਦੇ ਪਿਆਰ ਵਿੱਚ ਜੁੜ ਜਾਈਏ ਤੇ ਫਿਰ ਕੀ ਹੁੰਦਾ ਹੈ? ਗੁਰਮੁਖ ਬੁੱਢੇ ਕਦੇ ਨਹੀਂ, ਜਿਨ੍ਹਾਂ ਅੰਤਰ ਸੁਰਤ ਗਿਆਨ। ਪਰ ਕੁਝ ਲੋਕ ਵੀ ਨੇ ਜਿਹੜੇ ਮਨਮੁਖ ਬਾਲਕ ਬਿਰਧ ਸਮਾਨ ਹੈ, ਜਿਹੜੇ ਜਵਾਨੀ 'ਚ ਬੁੱਢਿਆਂ ਵਾਂਗੂ ਫਿਰਦੇ ਨੇ। ਬੁਢਾਪੇ ਦਾ ਸੰਬੰਧ ਸਰੀਰ ਦੀ ਉਮਰ ਨਾਲ ਨਹੀਂ ਹੈ, ਮਨੁੱਖ ਦੀ ਮਨੋ ਅਵਸਥਾ ਦੇ ਨਾਲ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਜਿੱਥੋਂ ਤੱਕ ਸਰੀਰ ਦੀ ਗੱਲ ਹੈ, ਇਹਦਾ ਹੰਕਾਰ ਨਾ ਕਰੋ, ਇਹਦੇ ਮੋਹ 'ਚ ਨਾ ਪਾਓ, ਇਹ ਤੇ ਜਰਜਰਾ ਹੈ। ਕਬੀਰ ਇਹੋ ਤਨ ਜਾਹੇਗਾ, ਸਕੋ ਤਾਂ ਲੇਹੋ ਬਿਹੋਰ। ਇਹ ਤੇ ਸਰੀਰ ਜਾਣਾ ਹੀ ਹੈ, ਜੇ ਬਚਾ ਸਕਦੇ ਬਚਾ ਲਓ। ਸਤਿਗੁਰੂ ਜੀ ਨੇ ਬਚਨ ਕਹੇ ਨੇ, ਕਬੀਰ गर्व न कीजिए देही देख सुरंग, आज काल ता जाओगे ज्यों कांचरी भयंग। शरीर दा हंकार नहीं करना चाहिए, शरीर दा मोह नहीं करना चाहिए। शरीर नूं ते अजकल असीं छड़ देना, जिवें सप अपनी कुंज उतार जांदा है, असीं भी शरीर छड़ देना, इहदे ते बडेपा आउणा ही आउणा है। सतगुरु गुरु अमरदास जी कह रहे हैं, गुर राखे से उबरे ਹੋਰ ਮਰ ਜੰਮੈ ਆਵੈ ਜਾਏ। ਪਰ ਜਿਨ੍ਹਾਂ ਨੂੰ ਗੁਰੂ ਨੇ ਰੱਖ ਲਿਆ, ਭਾਵ ਜਿਹੜੇ ਗੁਰੂ ਦੀ ਚਰਨ ਸ਼ਰਨ ਚ ਆ ਗਏ, ਗੁਰੂ ਨੇ ਉਪਦੇਸ਼ ਦਿੱਤਾ, ਉਹ ਔਗਣਾਂ ਤੋਂ ਬਚ ਗਏ, ਉਹ ਮੋਹ ਤੋਂ ਬਚ ਗਏ, ਹੰਕਾਰ ਤੋਂ ਬਚ ਗਏ। ਉਹਨਾਂ ਨੇ ਸਰੀਰ ਦਾ ਹੰਕਾਰ ਨਹੀਂ ਕੀਤਾ ਜਾਂ ਸਰੀਰ ਦੇ ਮੋਹ ਵਿੱਚ ਖਚਤ ਨਹੀਂ ਹੋਏ, ਸਗੋਂ ਉਹ ਗੁਰੂ ਕੇ ਉਪਦੇਸ਼ ਰਾਹੀਂ ਇਹ ਮੋਹ ਮਾਇਆ ਤੋਂ, ਵਿਕਾਰਾਂ ਤੋਂ ਮੁਕਤ ਹੋ ਗਏ, ਉਹ ਹੰਕਾਰ ਤੋਂ ਮੁਕਤ ਹੋ ਗਏ। ਹੋਰ ਮਰ ਜੰਮੇ ਆਵੇ ਜਾਏ। ਤੇ ਗੁਰੂ ਦੀ ਸ਼ਰਨ ਤੋਂ ਬਿਨਾਂ ਹੋਰ ਬੇਅੰਤ ਲੁਕਾਈ ਜਿਹੜੀ ਹੈ ਨਾ, ਉਹ ਜਮਦੀ ਮਰਦੀ ਰਹਿੰਦੀ ਹੈ। ਦੇਖੋ ਸਰੀਰ ਜਦੋਂ ਬਿਨਸਣਾ, ਉਦੋਂ ਬਾਅਦ ਕੀ ਹੋਣਾ ਤੇ ਵਾਹਿਗੁਰੂ ਜੀ ਜਾਣਦੇ ਨੇ। ਉਦੋਂ ਬਾਅਦ ਦਾ ਗਿਆਨ ਸਾਨੂੰ ਨਹੀਂ ਆਏ, ਪ੍ਰਮਾਤਮਾ ਜਾਣਦਾ। ਨਾਨਕ ਏਵ ਨ ਜਾਪੀ ਕਿੱਥੇ ਜਾਏ ਸਮਾਏ। ਸਰੀਰ ਛੱਡਣ ਤੋਂ ਬਾਅਦ ਪ੍ਰਾਣੀ ਕਿੱਥੇ ਚਲਿਆ ਜਾਂਦਾ ਹੈ, ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਇਹ ਪਤਾ ਨਹੀਂ ਹੈ ਕਿੱਥੇ ਚਲਿਆ ਜਾਂਦਾ ਹੈ ਪ੍ਰਾਣੀ। ਲੇਕਿਨ ਉਹ ਜੰਮਣ ਮਰਨ ਤੇ ਇਸ ਜ਼ਿੰਦਗੀ 'ਚ ਵੀ ਸਾਨੂੰ ਬਣਿਆ ਹੋਇਆ। ਦੇਖੋ ਨਾ, ਕਦੀ ਸਤ ਸੁਰਤ ਸਾਡੀ ਹੰਕਾਰ 'ਚ, ਕਦੀ ਲੋਹ ਵਿੱਚ। ਜਦੋਂ ਲੋਹ ਵਿੱਚ ਉਦੋਂ ਅਸੀਂ ਕੁੱਤੇ ਵਰਗੇ ਆ। ਅਸੀਂ ਆਮ ਮਨੁੱਖਾਂ ਦੇ ਪ੍ਰਥਾਏ ਕਿਨੇ ਬੰਦਾ ਹੈ, ਇਹ ਤੇ ਕੁੱਤੇ ਵਰਗਾ ਹੈ, ਇਹ ਤੇ ਕਾਂ ਵਾਂਗੂ ਹੈ, ਇਹ ਤੇ ਸੱਪ ਵਾਂਗੂ ਜਫਾ ਮਾਰ ਕੇ ਬੈਠਾ ਹੈ, ਇਹ ਸੂਰ ਵਾਂਗੂ ਹੈ। ਅਨੇਕ ਤਰ੍ਹਾਂ ਦੇ ਆਪਾਂ ਨਾਮ ਰੱਖੇ ਨੇ। ਦਰਅਸਲ ਸਰੀਰ ਦੇ ਵਿੱਚ ਵੀ ਬੰਦਾ ਜੰਮਦਾ ਮਰਦਾ ਰਹਿੰਦਾ, ਬਾਅਦ 'ਚ ਜਿਹੜਾ ਮਰਨਾ ਉਹ ਤੇ ਵੱਖਰੀ ਗੱਲ ਹੈ। ਸਰੀਰ ਵਿੱਚ ਵੀ ਆਵਾਗੁਣ ਬਣਿਆ ਰਹਿੰਦਾ।
ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੂੰ ਗੁਰੂ ਨੇ ਬਚਾ ਲਿਆ ਉਹ ਤੇ ਮੁਕਤ ਹੋ ਗਏ ਇਸੇ ਸਰੀਰ ਵਿੱਚ। ਮੁਕਤੀ ਦਾ ਸੰਬੰਧ ਸਰੀਰ ਛੱਡਣ ਤੋਂ ਬਾਅਦ ਨਹੀਂ ਹੈ। ਮੁਕਤ ਤੇ ਆਪਾਂ ਇਸੇ ਜ਼ਿੰਦਗੀ ਚੋਂ ਨਾ ਸੀ, ਮੋਹ ਤੋਂ, ਵਿਕਾਰਾਂ ਤੋਂ, ਹੰਕਾਰ ਤੋਂ, ਬੰਧਨਾਂ ਤੋਂ, ਚਿੰਤਾਵਾਂ ਤੋਂ, ਬੁਰਾਈਆਂ ਤੋਂ। ਇਸ ਕਰਕੇ ਜਿਨ੍ਹਾਂ ਤੇ ਗੁਰੂ ਦੀ ਮਿਹਰ ਹੋ ਗਈ ਉਹ ਜੀਵਨ ਮੁਕਤ ਜਿਸ ਹਿਰਦੈ ਭਗਵੰਤ। ਪਰ ਹੋਰ ਮਰ ਜੰਮੇ ਆਵੇ ਜਾਏ, ਹੋਰ ਬੇਅੰਤ ਪ੍ਰਾਣੀ ਨਿਤ ਜੰਮਦੇ ਮਰਦੇ ਰਹਿੰਦੇ, ਆਉਂਦੇ ਜਾਂਦੇ ਰਹਿੰਦੇ ਹਨ। ਹੋਰ ਮਰ ਜੰਮਹਿ ਆਵਹਿ ਜਾਵਹਿ, ਅੰਤ ਗਏ ਪਛਤਾਵਹਿ। ਸਤਿਗੁਰੂ ਜੀ ਕਹਿੰਦੇ ਹੋਰ ਜੰਮਦੇ ਮਰਦੇ ਰਹਿੰਦੇ ਨੇ ਜ਼ਿੰਦਗੀ 'ਚ ਵੀ, ਤੇ ਅੰਤ ਅਖੀਰ ਵੇਲੇ ਝੂਰਦੇ ਜਾਂਦੇ ਨੇ। ਝੂਰਦੇ ਕਿਉਂ ਜਾਂਦੇ ਨੇ? ਦੇਖੋ ਮੌਤ ਤੇ ਹਰ ਕਿਸੇ ਤੇ, ਸਰੀਰ ਤਾਂ ਹਰ ਕਿਸੇ ਦਾ ਬਿਨਸਣਾ ਹੀ ਬਿਨਸਣਾ। ਭਾਵੇਂ ਕੋਈ ਚੰਗਾ ਹੈ ਭਾਵੇਂ ਕੋਈ ਮਾੜਾ ਹੈ, ਗੁਰੂ ਪੀਰ ਪੈਗੰਬਰ ਮਹਾਂਪੁਰਖ ਹੋਏ ਸਰੀਰਕ ਤੌਰ ਤੇ ਉਹ ਵੀ ਇਸ ਧਰਤੀ ਤੇ ਨਹੀਂ ਰਹੇ। ਸਰੀਰ ਛੱਡਣਾ ਕੋਈ ਦੁੱਖ ਨਹੀਂ ਹੈ। ਦੁੱਖ ਤਾਂ ਇਹ ਹੁੰਦਾ ਹੈ ਕਿ ਏਡੀ ਵੱਡੀ ਜ਼ਿੰਦਗੀ 'ਚ ਜੋ ਕੁਝ ਅਸੀਂ ਕੀਤਾ ਹੈ ਉਹ ਸਾਡੇ ਨਾਲ ਹੀ ਨਹੀਂ ਗਿਆ। ਇੰਨਾ ਪੈਸਾ ਇਕੱਠਾ ਕੀਤਾ ਸਾਡੇ ਨਾਲ ਨਹੀਂ ਗਿਆ, ਕੰਮ ਨਹੀਂ ਹੁੰਦਾ, ਪਰਿਵਾਰ ਸਾਡੀ ਸਾਥ ਨਹੀਂ ਦਿੰਦਾ, ਐਡਾ ਵੱਡਾ ਘਰ ਖਾਲੀ ਕਰ ਜਾਵਾਂਗੇ। ਪਛਤਾਵਾ ਇਸ ਗੱਲ ਦਾ ਹੁੰਦਾ ਕਿ ਏਡੀ ਵੱਡੀ ਜ਼ਿੰਦਗੀ ਅਕਾਰਤ ਚਲੀ ਗਈ ਸਾਡੀ। ਬੰਦਾ ਫਿਰ ਪਛਤਾਉਂਦਾ ਜਾਂਦਾ ਇਸ ਧਰਤੀ ਤੋਂ। ਬਿਨ ਨਾਵੈ ਸੁਖ ਨਾ ਹੋਈ। ਕਿਉਂਕਿ ਜੇ ਅਸੀਂ ਕਹੀਏ ਕਿ ਸੁਖੀ ਜਾਈਏ ਜਗਤ ਤੋਂ ਜਾਂ ਜ਼ਿੰਦਗੀ ਅੰਦਰ ਸੁਖ ਮਾਣੀਏ, ਸਤਿਗੁਰੂ ਜੀ ਕਹਿੰਦੇ ਹੋ ਤੇ ਨਾਮ ਤੋਂ ਬਿਨਾਂ ਸੁੱਖ ਨਹੀਂ ਮਿਲਣਾ। ਦੁੱਖਾਂ ਦਾ ਕਾਰਨ ਅਸੀਂ ਨਾਮ ਨਾਲੋਂ ਟੁੱਟ ਗਏ। ਗੁਰੂ ਸਾਹਿਬ ਜੀ ਦਾ ਇੱਕ ਪਵਿੱਤਰ ਬਚਨ ਹੈ ਕਿ ਹਰ ਕੇ ਨਾਮ ਬਿਨਾ ਦੁੱਖ ਪਾਵੇ। ਵਾਹਿਗੁਰੂ ਜੀ ਦੇ ਨਾਮ ਨਾਲੋਂ ਟੁੱਟਣ ਕਰਕੇ ਬੰਦਾ ਦੁਖੀ ਹੈ। ਨਾਮ ਤੋਂ ਬਿਨਾ ਇਸ ਨੂੰ ਸੁੱਖ ਮਿਲਣਾ ਹੀ ਨਹੀਂ ਹੈ। ਸਤਿਗੁਰੂ ਜੀ ਨੇ ਵਾਰ-ਵਾਰ ਕਿਹਾ, ਬੰਦਿਆ ਤੂੰ ਸੁੱਖ ਚਾਹੁੰਦਾ, ਜਿੰਨੇ ਅਸੀਂ ਯਤਨ ਕਰਦੇ ਸੁੱਖਾਂ ਲਈ ਹੀ ਕਰਦੇ ਹਾਂ। ਭਾਵੇਂ ਪੈਸਾ ਕਮਾਉਂਦੇ ਹਾਂ, ਭਾਵੇਂ ਵਿਦਿਆ ਪੜ੍ਹਦੇ ਹਾਂ, ਭਾਵੇਂ ਰਾਜਨੀਤਿਕ ਰੁਤਬਿਆਂ ਲਈ ਦੌੜ ਭੱਜ ਕਰਦੇ ਹਾਂ, ਸੁੱਖ ਲਈ ਕਰਦੇ ਹਾਂ। ਪਰ ਸਤਿਗੁਰੂ ਜੀ ਕਹਿੰਦੇ ਜੋ ਸੁਖ ਕੋ ਚਾਹੇ ਸਦਾ, ਸ਼ਰਨ ਰਾਮ ਕੀ ਲੈ। ਜੇ ਸੁੱਖ ਚਾਹੁੰਦਾ ਤੇ ਪ੍ਰਮਾਤਮਾ ਦਾ ਆਸਰਾ ਲੈ। ਨਾਮ ਤੋਂ ਬਿਨਾਂ ਸੁੱਖ ਨਹੀਂ ਮਿਲਦਾ ਜ਼ਿੰਦਗੀ ਅੰਦਰ। ਇਸ ਕਰਕੇ ਬੰਦਾ ਪਛਤਾਉਂਦਾ ਜਾਂਦਾ ਹੈ, ਦੁਖੀ ਜਾਂਦਾ ਹੈ ਇਸ ਧਰਤੀ ਤੋਂ। ਅਥਾ ਕਮਾਵੈ ਸੋ ਫਲ ਪਾਵੈ, ਮਨਮੁਖ ਹੈ ਪਤ ਖੋਈ। ਵਾਹਿਗੁਰੂ ਜੀ ਦਾ ਇੱਕ ਅਟਲ ਨਿਯਮ ਹੈ, ਜਿਹਾ ਬੀਜੇ ਸੋ ਲੁਣੈ, ਕਰਮਾ ਸੰਦੜਾ ਖੇਤ। ਜੋ ਅਸੀਂ ਇਸ ਜ਼ਿੰਦਗੀ 'ਚ ਬੀਜ ਬੀਜਾਂਗੇ ਉਹਦਾ ਹੀ ਸਾਨੂੰ ਫਲ ਮਿਲਣਾ। ਜੇ ਮਾੜੇ ਕੰਮ ਕੀਤੇ ਤੇ ਦੁਖੀ ਜਾਵਾਂਗੇ, ਚੰਗੇ ਕੰਮ ਕੀਤੇ ਤਾਂ ਅਸੀਂ ਸੁਰਖਰੂ ਹੋ ਕੇ ਜਾਵਾਂਗੇ। ਮਨਮੁਖ ਜਿਹੜਾ ਹੈ ਉਹ ਆਪਣੀ ਇੱਜ਼ਤ ਗਵਾ ਕੇ ਜਾਂਦਾ ਹੈ, ਖੁਆਰ ਹੋ ਕੇ ਜਾਂਦਾ ਹੈ। ਜਮਪੁਰ ਘੋਰ ਅੰਧਾਰ ਮਹਾ ਗੁਬਾਰ, ਨਾ ਤਥਾ ਭੈਣ ਨਾ ਪਾਈ। ਜਮਪੁਰ ਘੋਰ ਅੰਧਾਰ, ਜਮਾਂ ਦੀ ਪੁਰੀ। ਐਸ ਜ਼ਿੰਦਗੀ ਤੋਂ ਬਾਅਦ ਜੋ ਵਾਪਰਨਾ ਉਹ ਤੇ ਵਾਹਿਗੁਰੂ ਜੀ ਜਾਣਦੇ ਨੇ, ਪਰ ਥਾਂ ਥਾਂ ਤੇ ਜਮਾਂ ਦੀ ਗੱਲ ਹੈ। ਹੁਣ ਸਭ ਤੋਂ ਵੱਡੇ ਜੰਮ ਤਾਂ ਸਾਡੇ ਦੁਆਲੇ ਜਿਹੜੇ ਵਿਕਾਰ ਜੰਮੇ ਹੋਏ ਨੇ, ਪਕੜੇ ਸਾਨੂੰ ਚਿੰਬੜੇ ਹੋਏ ਨੇ। ਗੁਰੂ ਰਾਮਦਾਸ ਜੀ ਦਾ ਇੱਕ ਪਵਿੱਤਰ ਬਚਨ ਪੜ੍ਹਦੇ ਆ, ਸਾਖਤ ਹਰ ਸਾਧਨ ਜਾਣਿਆ, ਤਿਨ ਅੰਤਰ ਹਉਮੈ ਕੰਡਾ ਹੈ, ਜਿਉਂ ਜਿਉਂ ਚਲੇ ਚੁਬੇ ਦੁਖ ਪਾਵੇਂ, ਜਮਕਾਲ ਸਹੈ ਸਿਰ ਡੰਡਾ ਹੈ। ਸਾਖਤ ਬੰਦਾ ਜਿਹੜੇ ਵਾਹਿਗੁਰੂ ਜੀ ਦੇ ਨਾਮ ਰਸ ਨੂੰ ਨਹੀਂ ਜਾਣਦਾ, ਉਹਦੇ ਅੰਦਰ ਹੰਕਾਰ ਦਾ ਕੰਡਾ ਹੈ। ਉਹ ਜਿਉਂ-ਜਿਉਂ ਜ਼ਿੰਦਗੀ ਚੱਲਦਾ ਨਾ ਉਹ ਕੰਡਾ ਉਹਨੂੰ ਚੁਭਦਾ ਹੈ, ਤੇ ਉਹ ਕੰਡੇ ਦਾ ਚੁਭਣਾ ਹੀ ਜਮਾਂ ਦਾ ਡੰਡਾ ਉਹਦੇ ਸਿਰ ਤੇ ਖੜਕ ਰਿਹਾ। ਇਹ ਜਿਹੜੀ ਚਿੰਤਾ ਹੈ ਇਹ ਜਮਾਂ ਦਾ ਡੰਡਾ ਹੈ। ਇਹ ਜਿਹੜੇ ਸਾਡੇ ਅੰਦਰ ਦੁੱਖ ਨੇ, ਵਿਕਾਰ ਨੇ, ਇਹ ਜਮਾਂ ਦਾ ਡੰਡਾ ਇਹ ਵੀ ਹੈ ਸਾਡੇ ਉੱਪਰ। ਇਸ ਕਰਕੇ ਜਦੋਂ ਇਹ ਸਾਡੇ ਅੰਦਰ ਕੋਈ ਇਹੋ ਜਿਹਾ ਚਿੰਤਾ ਆ ਜਾਏ, ਜਦੋਂ ਸਾਡੇ ਉੱਪਰ ਕਾਮ ਕ੍ਰੋਧ ਲੋਭ ਭਾਰੂ ਹੋ ਜਾਣ, ਜਦੋਂ ਇਹਨਾਂ ਦੇ ਨਾਲ ਅਸੀਂ ਪੀੜਤ ਹੁੰਨੇ ਆ, ਉਹਦੇ ਵਿੱਚ ਕੋਈ ਭੈਣ ਭਰਾ ਸਾਡੀ ਮਦਦ ਨਹੀਂ ਕਰ ਸਕਦਾ। ਉੱਥੇ ਕੋਈ ਇਹਦੇ ਤੋਂ ਸਾਨੂੰ ਬਚਾ ਨਹੀਂ ਸਕਦਾ। ਇਹਦੇ ਤੋਂ ਤੇ ਅਸੀਂ ਤਾਂ ਬਚਾਂਗੇ ਜੇ ਆਪ ਸ਼ੁਭ ਕਰਮ ਕਰਾਂਗੇ, ਜੇ ਅਸੀਂ ਪ੍ਰਮਾਤਮਾ ਦੇ ਪਿਆਰ ਵਿੱਚ ਜੁੜਾਂਗੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਮਾਂ ਦੀ ਪੁਰੀ 'ਚ ਜਦੋਂ ਅਸੀਂ ਵਸਦੇ ਆ ਨਾ, ਉੱਥੇ ਹਨੇਰਾ ਹੀ ਹੈ, ਉੱਥੇ ਘੋਰ ਹਨੇਰਾ ਹੈ। ਉੱਥੇ ਕੋਈ ਭੈਣ, ਉੱਥੇ ਕੋਈ ਭਰਾ, ਉੱਥੇ ਕੋਈ ਧਨ, ਉੱਥੇ ਕੋਈ ਦੌਲਤ, ਉੱਥੇ ਕੋਈ ਰੁਤਬਾ ਕੰਮ ਨਹੀਂ ਆਉਣਾ। ਜਦੋਂ ਅਸੀਂ ਕੀਤੇ ਹੋਏ ਕਰਮਾਂ ਦਾ ਦੁੱਖ ਭੋਗਦੇ ਆ ਨਾ, ਸਾਡੇ ਤੇ ਜਦੋਂ ਚਿੰਤਾ ਵਿਆਪਦੀ ਹੈ, ਪੀੜਾ ਵਿਆਪਦੀ ਹੈ, ਕੋਈ ਸਾਡੀ ਮਦਦ ਨਹੀਂ ਕਰ ਸਕਦਾ। ਪੈਸਾ ਉੱਥੇ ਕੰਮ ਨਹੀਂ ਆ ਸਕਦਾ। ਪੈਸਾ ਤੇ ਸਾਨੂੰ ਵਧੀਆ ਕੱਪੜੇ ਦੇ ਸਕਦਾ ਹੈ, ਖਾਣ ਪੀਣ ਦੇ ਪਦਾਰਥ ਦੇ ਸਕਦਾ ਹੈ, ਘਰ ਦੇ ਸਕਦਾ ਹੈ। ਜੇ ਤੁਸੀਂ ਕਹੋ ਕਿ ਪੈਸਾ ਚਿੰਤਾ ਤੋਂ ਬਚਾ ਲਏਗਾ, ਤੇ ਫਿਰ ਤੇ ਪੈਸੇ ਵਾਲੇ ਨੂੰ ਚਿੰਤਾ ਹੀ ਨਹੀਂ ਹੋਣੀ ਚਾਹੀਦੀ। ਹੁਣ ਜ਼ਰੂਰੀ ਨਹੀਂ ਹੈ ਕਿ ਗਰੀਬਾਂ ਨੂੰ ਚਿੰਤਾ ਹੈ, ਅਮੀਰ ਲੋਕਾਂ ਦੀਆਂ ਤੇ ਚਿੰਤਾ ਬਹੁਤ ਸਾਰੀਆਂ ਨੇ। ਜ਼ਰੂਰੀ ਨਹੀਂ ਕਿ ਇੱਕ ਆਮ ਬੰਦੇ ਨੂੰ ਚਿੰਤਾ ਹੈ, ਵੱਡੇ ਵੱਡੇ ਰੁਤਬਿਆਂ ਤੇ ਬੈਠੇ ਲੋਕਾਂ ਨੂੰ ਚਿੰਤਾਵਾਂ ਬਹੁਤ ਨੇ। ਜ਼ਰੂਰੀ ਨਹੀਂ ਕਿ ਅਨਪੜ੍ਹ ਨੂੰ ਚਿੰਤਾ ਹੈ, ਪੜ੍ਹਿਆ ਲਿਖਿਆ ਕਿਹੜੀ ਚਿੰਤਾ ਤੋਂ ਮੁਕਤ ਨੇ। ਉਹ ਚਿੰਤਾ ਤੋਂ ਕੋਈ ਭੈਣ ਭਰਾ ਨਹੀਂ ਸਾਨੂੰ ਬਚਾ ਸਕਦਾ। ਉਹ ਜਿਹੜੀ ਸਾਡੇ ਅੰਦਰ ਪੀੜਾ ਹੈ ਸਾਡੇ ਕੀਤੇ ਹੋਏ ਕੰਮਾਂ ਦੀ,
ਜੋ ਕੰਮ ਅਸੀਂ ਕੀਤੇ ਨਹੀਂ ਉਹਨਾਂ ਤੋਂ ਜੋ ਸਾਨੂੰ ਪੀੜਾ ਮਿਲ ਰਹੀ ਹੈ ਨਾ, ਉਸ ਡਰ ਤੋਂ, ਉਸ ਪੀੜਾ ਤੋਂ ਸਾਨੂੰ ਕਿਸੇ ਭੈਣ ਨੇ, ਕਿਸੇ ਭਰਾ ਨੇ, ਕਿਸੇ ਰਿਸ਼ਤੇਦਾਰ ਨੇ, ਕਿਸੇ ਧਨ ਦੌਲਤ ਨੇ ਨਹੀਂ ਬਚਾਉਣਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਉੱਥੇ ਤੇ ਨਾਮ ਹੀ ਸਾਡਾ ਮਦਦਗਾਰ ਬਣ ਸਕਦਾ ਹੈ। ਜਹ ਮਾਤ ਪਿਤਾ ਸੁਤ ਮੀਤ ਨ ਪਾਈ, ਮਨ ਉਹਾ ਨਾਮ ਤੇਰਾ ਸੰਗ ਸਹਾਈ। ਇਹੋ ਸਰੀਰ ਜਜਰੀ ਹੈ, ਇਸਨੋ ਜਰ ਪਹੁੰਚਾਈ। ਸਤਿਗੁਰੂ ਜੀ ਫਿਰ ਇਹ ਗੱਲ ਚੇਤੇ ਕਰਾਉਂਦੇ, ਭਾਈ ਇਹ ਸਰੀਰ ਜਰਜਰ ਹੈ, ਇਹ ਤੇ ਨਾਸ ਹੋ ਜਾਣਾ, ਇਹਦੇ ਤੇ ਬੁਢੇਪਾ ਆਉਣਾ ਹੀ ਹੈ, ਅਖੀਰਲਾ ਸਮਾਂ ਆਉਣਾ ਹੀ ਹੈ। ਇਸ ਕਰਕੇ ਇਸ ਸਰੀਰ ਵਿੱਚ ਰਹਿ ਕੇ ਤੁਸੀਂ ਜੋ ਕਰੋਗੇ ਉਹੀ ਤੁਹਾਨੂੰ ਮਿਲਣਾ। ਇਸ ਸਰੀਰ ਵਿੱਚ ਹੈ ਕਿ ਜੋ ਬੀਜੋਗੇ ਉਹੀ ਤੁਹਾਨੂੰ ਖੱਟਣਾ ਪੈਣਾ। ਸਰੀਰ ਦੇ ਮੋਹ ਚ ਨਾ ਪਾਓ, ਹੰਕਾਰ ਚ ਨਾ ਪਾਓ, ਸਗੋਂ ਇਸ ਸਰੀਰ ਵਿੱਚ ਰਹਿੰਦਿਆਂ ਹੋਇਆਂ ਜ਼ਿੰਦਗੀ ਦਾ ਲਾਹਾ ਖੱਟ ਲਓ। ਗੁਰਬਾਣੀ ਇਹ ਗੱਲ ਕਹਿੰਦੀ ਹੈ, ਸਾਧੋ ਗੋਬਿੰਦ ਕੇ ਗੁਣ ਗਾਵੋ, ਮਾਨਸ ਜਨਮ ਅਮੋਲਕ ਪਾਇਆ, ਬਿਰਥਾ ਕਾਹੇ ਗਵਾਵੋ। ਜ਼ਿੰਦਗੀ ਇੰਨੀ ਅਮੋਲਕ ਹੈ, ਇਹਨੂੰ ਬਿਰਥਾ ਕਿਉਂ ਗਾਉਂਦੇ ਹੋ ਭਾਈ? ਇਹਦੇ ਤੇ ਬੁਢੇਪਾ ਆਉਣਾ ਹੀ ਹੈ, ਆਖਰੀ ਸਮਾਂ ਆਉਣਾ ਹੀ ਹੈ। ਕਾਇਆ ਕੰਚਨ ਤਾਥੀਆ, ਜਾਂ ਸਤਿਗੁਰ ਲਏ ਮਿਲਾਏ। ਜਿੱਥੇ ਸਤਿਗੁਰੂ ਜੀ ਨੇ ਸਰੀਰ ਨੂੰ ਜ਼ਰਜ਼ਰਾ ਕਿਹਾ, ਇਹ ਨਾਸਵੰਤ ਕਿਹਾ, ਉੱਥੇ ਸਤਿਗੁਰੂ ਜੀ ਕਹਿੰਦੇ ਇਹ ਸਰੀਰ ਕੰਚਨ ਵੰਨਾ ਵੀ ਤੇ ਹੋ ਸਕਦਾ ਹੈ। ਅਸੀਂ ਪੜ੍ਹਦੇ ਹਾਂ ਕਿ ਕੰਚਨ ਕਾਇਆ ਕੋਟ ਗੜ ਵਿੱਚ ਹਰ ਹਰ ਸਿੱਧਾ, ਗੁਰਮੁਖ ਢੂੰਡ ਢੇਡਿਆਂ ਹਰ ਸੱਜਣ ਲੱਦਾ, ਕੰਚਨ ਕਾਇਆ ਕੋਟ ਗੜ ਵਿੱਚ ਹਰ ਹਰ ਸਿੱਧਾ। ਇਹ ਸਰੀਰ ਕੰਚਨ ਵੰਨਾ ਵੀ ਹੋ ਸਕਦਾ ਹੈ, ਇਹ ਸਰੀਰ ਪਵਿੱਤਰ ਵੀ ਹੋ ਸਕਦਾ ਹੈ। ਗੁਰੂ ਅੰਗਦ ਸਾਹਿਬ ਜੀ ਦਾ ਇੱਕ ਪਵਿੱਤਰ ਸ਼ਲੋਕ ਹੈ ਕਿ ਅੱਠੀ ਪੈਰੀ ਅੱਠ ਖੰਡ, ਨਵਾਂ ਖੰਡ ਸਰੀਰ, ਤਿਸ ਇਸ ਨੌ ਨਿਦ ਨਾਮ ਨਿਦ, ਭਾਲਹਿ ਗੁਣੀ ਗਹੀਰ। ਫਿਰ ਚੌਥੇ ਪੈਰ ਸੁਆਹ ਕਿ ਸੁਰਤੀਆਂ ਉਪਜੇ ਚਾਓ। ਇਹ ਸਰੀਰ ਜੇ ਧਰਤੀ ਨੂੰ ਅੱਠ ਖੰਡ ਮੰਨ ਲਈਏ ਤੇ ਨੌਵਾਂ ਖੰਡ ਸਾਡਾ ਸਰੀਰ ਹੈ। ਬੰਦਾ ਅੱਠਾਂ ਖੰਡਾਂ 'ਚ ਹੀ ਭਰਮਦਾ ਫਿਰਦਾ, ਨੌਵੇਂ ਖੰਡ ਦੀ ਭਾਲ ਹੀ ਨਹੀਂ ਕਰਦਾ, ਇਹਦੀ ਖੋਜ ਹੀ ਨਹੀਂ ਕਰਦਾ। ਗੁਰਬਾਣੀ ਕਹਿੰਦੀ ਸਰੀਰ ਪਤਾ ਕਿੰਨਾ ਮਹਾਨ ਹੈ, ਜੋ ਬ੍ਰਹਮੰਡੇ ਸੋਈ ਪਿੰਡੇ। ਜੋ ਕੁਝ ਬ੍ਰਹਮੰਡ ਵਿੱਚ ਹੈ ਉਹ ਸਾਡੇ ਸਰੀਰ ਵਿੱਚ ਹੈ। ਇਹ ਸਰੀਰ ਵਿੱਚ ਰੋਜ਼ ਅਸੀਂ ਬਚਨ ਪੜ੍ਹਦੇ, ਮੱਤ ਵਿੱਚ ਰਤਨ ਜਵਾਹਰ ਮਾਣਕ, ਸਾਡੇ ਅੰਦਰ ਹੀਰੇ ਰਤਨ ਜਵਾਹਰ ਮਾਣਕ ਭਰੇ ਪਏ ਨੇ। ਉੱਥੇ ਸਤਿਗੁਰੂ ਜੀ ਕਹਿੰਦੇ ਕਿ ਜਦੋਂ ਅਸੀਂ ਅੰਮ੍ਰਿਤ ਵੇਲੇ ਉੱਠਦੇ ਫਿਰ ਕੰਚਨ ਕਾਇਆ ਕਸੀ ਹੈ, ਮੰਨੀ ਚੜੇ ਚੜਾਓ। ਸਾਡਾ ਇਹ ਸਰੀਰ ਕੰਚਨ ਮੰਨਾ ਹੋ ਜਾਂਦਾ ਹੈ, ਇਹ ਸਰੀਰ ਪਵਿੱਤਰ ਬਣ ਜਾਂਦਾ ਹੈ, ਮਹਾਨ ਬਣ ਜਾਂਦਾ ਹੈ। ਦੇਖੋ ਸਰੀਰ ਸਾਰੇ ਪੰਜਾਂ ਤੱਤਾਂ ਦੇ ਨੇ, ਅੱਖਾਂ ਸਾਰਿਆਂ ਨੂੰ ਇੱਕੋ ਜਿਹੀਆਂ ਰੱਬ ਨੇ ਦਿੱਤੀਆਂ ਨੇ, ਪੈਰ ਹੱਥ ਇੱਕੋ ਜਿਹੇ ਦਿੱਤੇ ਨੇ, ਪਰ ਕੁਝ ਉਹ ਸਰੀਰ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਪੂਜਦੇ ਹਾਂ, ਜਿਨ੍ਹਾਂ ਨੂੰ ਅਸੀਂ ਸਨਮਾਨਦੇ ਹਾਂ। ਉਹ ਵੀ ਤਾਂ ਸਰੀਰ ਮਿੱਟੀ ਦੇ ਨੇ, ਉਹ ਵੀ ਤੇ ਆਖਰ ਸਾਡੇ ਵਰਗੇ ਨੇ, ਪਰ ਕੁਝ ਉਹ ਹੁੰਦੇ ਜਿਨ੍ਹਾਂ ਨੂੰ ਅਸੀਂ ਧਰਕਾਰਦੇ ਹਾਂ, ਲਾਹਨਤਾਂ ਪਾਉਂਦੇ ਹਾਂ। ਕਾਰਨ ਕੀ ਹੈ ਕਿ ਜਿਨ੍ਹਾਂ ਨੇ ਗੁਰੂ ਕੇ ਗਿਆਨ ਰਾਹੀਂ ਆਪਣੀ ਜ਼ਿੰਦਗੀ 'ਚ ਪ੍ਰਮਾਤਮਾ ਦੇ ਪਿਆਰ ਜੁੜ ਕੇ ਉੱਤਮ ਕਰਮ ਕੀਤੇ, ਉਹ ਕੰਚਨ ਵੰਨੇ ਹੋ ਜਾਂਦੇ, ਅਮੋਲਕ ਹੋ ਜਾਂਦੇ ਨੇ। ਜਿਵੇਂ ਸੋਨਾ ਕੀਮਤੀ ਹੈ ਨਾ, ਤਿਵੇਂ ਉਹ ਕੀਮਤੀ ਹੋ ਜਾਂਦੇ। ਸਤਿਗੁਰੂ ਜੀ ਕਹਿੰਦੇ ਇਹ ਕਾਇਆ ਜਿਹੜੀ ਹੈ ਕੰਚਨ ਹੋ ਸਕਦੀ ਹੈ ਜਾਂ ਸਤਿਗੁਰ ਲਏ ਮਿਲਾਏ। ਜੇ ਜ਼ਿੰਦਗੀ ਅੰਦਰ ਸਾਨੂੰ ਸਾਡੇ ਸਤਿਗੁਰੂ ਜੀ ਦੇ ਨਾਲ ਮੇਲ ਹੋ ਜਾਏ ਤਾਂ ਭ੍ਰਮ ਮਾਇਆ ਵਿੱਚ ਹੋ ਕਟਿਆ, ਸਚੜਾ ਨਾਮ ਸਮਾਏ। ਜਰਜਰੇ ਸਰੀਰ ਦੇ ਪ੍ਰਤੀ ਜੋ ਸਾਡੇ ਅੰਦਰ ਭਰਮ ਹੈ, ਮਾਇਆ ਦੇ ਪ੍ਰਤੀ ਜੋ ਭਰਮ ਹੈ, ਜਦੋਂ ਅਸੀਂ ਸਤਿਗੁਰੂ ਕੋਲ ਆਉਂਦੇ ਹਾਂ, ਸਤਿਗੁਰੂ ਜੀ ਗਿਆਨ ਦੇ ਰਹੇ ਸਾਡੇ ਅੰਦਰੋਂ ਉਹ ਭਰਮ ਕੱਟਦੇ ਨੇ, ਮਾਇਆ ਦਾ ਭਰਮ ਕੱਟਦੇ ਨੇ, ਔਰ ਸਾਨੂੰ ਇਸੇ ਸਰੀਰ ਵਿੱਚ ਪਰਮ ਪਿਤਾ ਪ੍ਰਮਾਤਮਾ ਦੇ ਪਿਆਰ ਵਿੱਚ ਜੋੜ ਦਿੰਦੇ ਹਨ। ਸੱਚਾ ਨਾਮ ਸਮਾਏ, ਹਰ ਗੁਣ ਗਾਏ, ਮਿਲ ਪ੍ਰੀਤਮ ਸੁਖ ਪਾਏ। ਜਦੋਂ ਗੁਰੂ ਕੇ ਉਪਦੇਸ਼ ਰਾਹੀਂ ਸਦਾ ਕਾਇਮ ਰਹਿਣ ਵਾਲੇ ਪਰਮ ਪਿਤਾ ਪ੍ਰਮਾਤਮਾ ਦੇ ਪਿਆਰ 'ਚ ਜੁੜਦੇ ਹਾਂ, ਵਾਹਿਗੁਰੂ ਜੀ ਦੇ ਗੁਣ ਅਸੀਂ ਗਾਉਂਦੇ ਹਾਂ, ਫਿਰ ਗੁਣ ਗਾਉਂਦੇ ਹਾਂ, ਪ੍ਰਮਾਤਮਾ ਨਾਲ ਸਾਂਝ ਬਣ ਜਾਂਦੀ ਹੈ। ਪ੍ਰਮਾਤਮਾ ਨਾਲ ਜੁੜ ਕੇ ਜ਼ਿੰਦਗੀ ਸੁੱਖ ਮਿਲ ਜਾਂਦਾ ਹੈ। ਇਹ ਸਰੀਰ ਜਿਹੜਾ ਹੈ ਸਫਲ ਹੋ ਜਾਂਦਾ ਹੈ ਜੇ ਇਸ ਸਰੀਰ 'ਚ ਅਸੀਂ ਪ੍ਰਮਾਤਮਾ ਦੇ ਪਿਆਰ ਵਿੱਚ ਜੁੜ ਜਾਈਏ। ਪਰ ਪ੍ਰਮਾਤਮਾ ਦੇ ਪਿਆਰ ਅਸੀਂ ਗੁਰੂ ਕੇ ਉਪਦੇਸ਼ ਰਾਹੀਂ ਜੁੜਦੇ ਹਾਂ। ਸਦਾ ਆਨੰਦ ਰਹਿ ਦਿਨ ਰਾਤੀ, ਵਿੱਚ ਹਉ ਮੈਂ ਜਾਏ। ਜੇ ਮਨੁੱਖ ਗੁਰੂ ਕੇ ਉਪਦੇਸ਼ ਰਾਹੀਂ ਪ੍ਰਮਾਤਮਾ ਦੇ ਪਿਆਰ ਜੁੜ ਜਾਏ, ਫਿਰ ਦਿਨ ਰਾਤ ਹੀ ਆਨੰਦ 'ਚ ਰਹਿੰਦਾ ਹੈ, ਕਿਉਂਕਿ ਉਹਦੇ ਅੰਦਰੋਂ ਅਹੰਕਾਰ ਮਿਟ ਜਾਂਦਾ ਹੈ। ਜਿੰਨਾ ਚਿਰ ਅਹੰਕਾਰ ਹੈ ਉਹਨਾਂ ਚਿਰ ਇਸ ਸਰੀਰ ਵਿੱਚ ਅਸੀਂ ਦੁਖੀ ਰਵਾਂਗੇ। ਜਦੋਂ ਅੰਦਰੋਂ ਅਹੰਕਾਰ ਮਿਟ ਗਿਆ, ਇਹੀ ਸਰੀਰ ਜਿਹੜਾ ਸਾਨੂੰ ਇੰਨਾ ਮਹਾਨ ਨਜ਼ਰ ਆਏਗਾ, ਕਿਉਂਕਿ ਇਹ ਜਿਹੜਾ ਆਤਮਿਕ ਆਨੰਦ ਹੈ, ਸੁੱਖ ਹੈ, ਪ੍ਰਭੂ 'ਚ ਵਿਲੀਨਤਾ ਦਾ ਆਨੰਦ ਹੈ, ਇਹ ਤੇ ਇਸੇ ਜ਼ਿੰਦਗੀ 'ਚ ਹੀ ਮਿਲਣਾ, ਹੋਰ ਕਿਤੇ ਨਹੀਂ ਮਿਲਣਾ। ਇਸੇ ਕਰਕੇ ਸਤਿਗੁਰੂ ਜੀ ਨੇ ਕਿਹਾ ਇਸ ਦੇਹੀ ਕੋ ਸਿਮਰੈ ਦੇਵ। ਇਸ ਸਰੀਰ ਨੂੰ ਤਾਂ ਦੇਵਤੇ ਤਰਸਦੇ ਨੇ, ਦੇਵਤੇ ਕੋ ਮਨੁੱਖ ਨਾਲੋਂ ਮਹਾਨ ਨਹੀਂ ਹੈ। ਐਸ ਸਮੁੱਚੀ ਕਾਇਨਾਤ ਦੇ ਅੰਦਰ ਪ੍ਰਮਾਤਮਾ ਤੋਂ ਬਾਅਦ ਅਗਰ ਕੋਈ ਮਹਾਨ ਹੈ
ਤੇ ਉਹ ਮਨੁੱਖ ਜ਼ਿੰਦਗੀ ਹੈ, ਮਨੁੱਖ ਦਾ ਮਨ ਹੈ, ਪਰ ਮਨੁੱਖ ਨੂੰ ਗਿਆਨ ਹੀ ਨਹੀਂ ਹੈ। ਮਨੁੱਖ ਨੂੰ ਤੇ ਦੱਸਿਆ ਗਿਆ ਕਿ ਮਿੱਟੀ ਦੀਆਂ ਢੇਰੀਆਂ ਤਗੜੀਆਂ, ਇੱਥੋਂ ਹੀ ਤੈਨੂੰ ਸਭ ਕੁਝ ਮਿਲੇਗਾ। ਮਨੁੱਖ ਤਾਂ ਪੱਥਰਾਂ ਦਾ, ਪਸ਼ੂਆਂ ਦਾ ਪੁਜਾਰੀ ਬਣ ਕੇ ਰਹਿ ਗਿਆ ਅਗਿਆਨਤਾ ਕਰਕੇ। ਪਰ ਜਦੋਂ ਅਸੀਂ ਗੁਰੂ ਕੋਲ ਆਉਂਦੇ ਆ, ਸਤਿਗੁਰੂ ਜੀ ਸਾਨੂੰ ਗਿਆਨ ਦਿੰਦੇ ਨੇ, ਫਿਰ ਅੰਦਰੋਂ ਅਹੰਕਾਰ ਮਿਟਦਾ, ਅੰਦਰੋਂ ਮੋਹ ਮਿਟਦਾ, ਫਿਰ ਬੰਦਾ ਦਿਨ ਰਾਤ ਆਨੰਦ ਵਿੱਚ ਵਿਚਰਦਾ ਹੈ, ਪ੍ਰਮਾਤਮਾ ਵਿੱਚ ਜੁੜਿਆ ਰਹਿੰਦਾ ਹੈ। ਜਿਨੇ ਪੁਰਖੇ ਹਰ ਨਾਮ ਚਿਤ ਲਾਇਆ, ਤਿਨ ਕਾ ਹਉ ਲਾਗੋ ਪਾਏ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਕਿ ਜਿਨ੍ਹਾਂ ਨੇ ਵਾਹਿਗੁਰੂ ਜੀ ਦੇ ਨਾਮ ਵਿੱਚ ਆਪਣੇ ਚਿੱਤ ਨੂੰ ਜੋੜਿਆ ਹੈ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ। ਦੇਖੋ ਉਹੀ ਸਰੀਰ ਤੋਂ ਸਤਿਗੁਰੂ ਜੀ ਕੁਰਬਾਨ ਵੀ ਜਾ ਰਹੇ ਨੇ, ਉਹਦੀ ਵਡਿਆਈ ਕਰ ਰਹੇ ਹਨ। ਕਾਇਆ ਕੰਚਨ ਤਾਂ ਥੀਆ, ਜਾ ਸਤਿਗੁਰ ਲਏ ਮਿਲਾਏ। ਸਤਿਗੁਰੂ ਜੀ ਫਿਰ ਕਹਿੰਦੇ ਭਾਈ ਇਹ ਸਰੀਰ ਕੰਚਨ ਹੋ ਸਕਦਾ ਹੈ। ਜਿਵੇਂ ਸਤਿਗੁਰੂ ਜੀ ਨੇ ਹਰਿਮੰਦਰ ਬਣਾਇਆ, ਗੁਰਸਿੱਖਾਂ ਨੇ ਹਰਿਮੰਦਰ ਤੇ ਸੋਨਾ ਲਾ ਦਿੱਤਾ, ਉਹ ਆਪਾਂ ਦੇਖਦੇ ਹਾਂ ਇਹ ਸੋਨੇ ਵੰਨਾ ਹੋ ਗਿਆ, ਸੁਨਹਿਰੀ ਮੰਦਰ ਬਣ ਗਿਆ। ਹਰਿਮੰਦਰ ਸਾਹਿਬ ਜਿਹੜਾ ਉੱਤੇ ਸੋਨਾ ਲਾਤਾ। ਜਦੋਂ ਵਾਹਿਗੁਰੂ ਜੀ ਨੇ ਸਾਡਾ ਇਹ ਸਰੀਰ ਬਣਾਇਆ, ਇਹ ਮੰਦਰ ਹੈ, ਪਰ ਜਦੋਂ ਗੁਰੂ ਕਾ ਸ਼ਬਦ ਸਾਡੇ ਅੰਦਰ ਵਸਦਾ ਹੈ, ਜਦੋਂ ਅਸੀਂ ਉੱਤਮ ਕਰਮ ਕਰਦੇ ਹਾਂ, ਇਹ ਵੀ ਕੰਚਨ ਵੰਨਾ ਹੋ ਜਾਂਦਾ ਹੈ, ਇਹ ਵੀ ਕੰਚਨ ਕਾਇਆ ਬਣ ਜਾਂਦੀ ਹੈ। ਸੋ ਸਤਿਗੁਰੂ ਸਾਹਿਬ ਜੀ ਕਹਿੰਦੇ ਕੰਚਨ ਕਾਇਆ ਤਾਂ ਥੀਐ, ਜਦ ਸਤਿਗੁਰੂ ਲਏ ਮਿਲਾਏ। ਜਦੋਂ ਗੁਰੂ ਨਾਲ ਸਾਡੀ ਸਾਂਝ ਬਣਦੀ, ਵਾਹਿਗੁਰੂ ਸਤਿਗੁਰੂ ਆਪਣੇ ਨਾਲ ਸਾਨੂੰ ਮਨਾ ਲਏ, ਤਾਂ ਫਿਰ ਸਾਡਾ ਇਹ ਸਰੀਰ ਕੰਚਨ ਵੰਨਾ ਸੋਨੇ ਵਰਗਾ ਬਣ ਜਾਂਦਾ ਹੈ, ਕੀਮਤੀ ਬਣ ਜਾਂਦਾ ਹੈ। ਸੋ ਸੱਚਾ ਸੱਚ ਸਲਾਹੀਆ, ਜੇ ਸਤਿਗੁਰ ਦੇ 부ਝਾਏ। ਇਸ ਸਰੀਰ ਵਿੱਚ ਰਹਿੰਦਿਆਂ ਉਸ ਸਦਾ ਕਾਇਮ ਰਹਿਣ ਵਾਲੇ ਵਾਹਿਗੁਰੂ ਜੀ ਦੀ ਸਿਫਤ ਸਲਾਹ ਅਸੀਂ ਤਾਂ ਹੀ ਕਰ ਸਕਦੇ ਹਾਂ ਜੇ ਸਾਨੂੰ ਸਤਿਗੁਰੂ ਜੀ ਸੋਝੀ ਬਖਸ਼ਿਸ਼ ਕਰਨ। ਦੇਖੋ ਜ਼ਿੰਦਗੀ ਮਹਾਨ ਹੈ, ਪਰ ਜ਼ਿੰਦਗੀ ਜੇ ਜੀਉਣ ਦਾ ਢੰਗ ਹੀ ਨਹੀਂ ਹੈ ਤੇ ਫਿਰ ਇਹਦੇ 'ਚ ਕੀ ਕਸੂਰ ਹੈ। ਇਹ ਧਰਤੀ ਮਹਾਨ ਹੈ, ਜ਼ਿੰਦਗੀ ਮਹਾਨ ਹੈ, ਪਰ ਗੁਰੂ ਗ੍ਰੰਥ ਸਾਹਿਬ ਜੀ ਨੇ ਇੱਕ ਗੱਲ ਕੀ, ਇਹ ਜਗਤ ਮਮਤਾ ਮੂਵਾ ਜੀਵਨ ਕੀ ਬਿਧ ਨਹੀਂ। ਤੁਹਾਨੂੰ ਕਿਸੇ ਨੇ ਕਾਰ ਦੇ ਦਿੱਤੀ ਗਿਫਟ ਵਜੋਂ, ਤੁਹਾਨੂੰ ਚਲਾਉਣੀ ਨਹੀਂ ਆਉਂਦੀ, ਨਾ ਚਲਾਉਣ ਕਰਕੇ ਤੁਹਾਡਾ ਐਕਸੀਡੈਂਟ ਹੋ ਗਿਆ, ਤੁਸੀਂ ਕਹੋ ਜੀ ਇਹ ਕਾਰ ਹੀ ਦੁੱਖਾਂ ਦਾ ਕਾਰਨ ਹੈ, ਇਹਨੂੰ ਹੀ ਸਾੜ ਦਿਓ, ਇਹਨੂੰ ਕੱਢ ਦਿਓ। ਸਿਆਣਾ ਬੰਦਾ ਕਹੇਗਾ ਕਮਲਿਆ ਚਲਾਉਣੀ ਤੇ ਤੈਨੂੰ ਨਹੀਂ ਆਉਂਦੀ। ਇਹ ਜ਼ਿੰਦਗੀ ਦੇ ਪ੍ਰਤੀ ਲੋਕੀ ਇੰਨੇ ਦੁਖੀ ਨੇ, ਸਰੀਰ ਖਤਮ ਕਰ ਦਿਓ, ਆਤਮ ਘਾਤ ਕਰ ਲਓ, ਜਾਂ ਕਈ ਕਹਿੰਦੇ ਸੁੱਖ ਮਾਨਣਾ, ਕਹਿੰਦੇ ਧੂਣੀਆਂ ਤਾ ਕੇ ਬੈਠ ਜਾਓ, ਬਰਫ਼ 'ਚ ਬੈਠ ਜਾਓ, ਭੁੱਖੇ ਰਹੀ ਜਾਓ। ਸਰੀਰ ਨੂੰ ਟਾਰਚਰ ਕਰੀ ਚਲੇ ਜਾਂਦੇ ਨੇ। ਸਰੀਰ ਦਾ ਕੋਈ ਕਸੂਰ ਨਹੀਂ ਹੈ, ਸਾਨੂੰ ਸਰੀਰ ਤਾਂ ਮਿਲ ਗਿਆ ਹੈ, ਪਰ ਸਰੀਰ ਵਿੱਚ ਰਹਿਣਾ ਕਿਵੇਂ ਹੈ, ਜਗ 'ਚ ਰਹਿਣਾ ਕਿਵੇਂ, ਇਹ ਜਾਂਚ ਨਹੀਂ ਹੈ। ਅਸੀਂ ਕੋਈ ਵੀ ਕਾਰ ਲੈਨੇ ਨਾ, ਅਸੀਂ ਕਹਿੰਦੇ ਪਹਿਲਾਂ ਚਲਾਉਣ ਦੀ ਜਾਂਚ ਸਿੱਖ ਲਓ। ਫੋਨ ਲੈਨੇ ਆਪਾਂ ਕਹਿੰਦੇ ਚਲਾਉਣ ਦੀ ਜਾਂਚ ਸਿੱਖ ਲਓ। ਕੋਈ ਕੰਪਿਊਟਰ ਲੈਨੇ ਕਹਿੰਦੇ ਪਹਿਲਾਂ ਆਪਾਂ ਚਲਾਉਣਾ ਵੀ ਆਉਣਾ ਚਾਹੀਦਾ, ਨਹੀਂ ਤੇ ਕੰਪਿਊਟਰ ਸਾਡੇ ਲਈ ਕੀ ਲਾਹੇਵੰਦਾ ਹੋ ਸਕਦਾ ਹੈ। ਜੇ ਚਲਾਉਣਾ ਆ ਜਾਏ ਤਾਂ ਆਪਾਂ ਕਿੰਨੇ ਸੁੱਖ ਮਾਣ ਸਕਦੇ ਹਾਂ। ਬਿਲਕੁਲ ਜ਼ਿੰਦਗੀ ਜਿਉਣ ਦੀ ਜਾਂਚ ਵੀ ਤੇ ਆਉਣੀ ਚਾਹੀਦੀ ਹੈ ਨਾ। ਸਤਿਗੁਰੂ ਜੀ ਨੇ ਇੱਕ ਬਚਨ ਕਿਹਾ, ਗੁਰ ਕਿਰਪਾ ਜੇ ਨਰ ਕੋ ਕੀਨੀ, ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਓ, ਜਿਉ ਪਾਣੀ ਸੰਗ ਪਾਣੀ। ਜਿਨ੍ਹਾਂ ਨੂੰ ਜਿਉਣ ਦੀ ਜੁਗਤ ਆ ਗਈ, ਜਿਨ੍ਹਾਂ ਤੇ ਗੁਰੂ ਦੀ ਬਖਸ਼ਿਸ਼ ਹੋ ਗਈ, ਉੱਥੇ ਜਿਉਂਦੇ ਜੀ ਪ੍ਰਮਾਤਮਾ ਚ ਲਿਵਲੀਨ ਨੇ। ਉਹ ਇਹ ਨਹੀਂ ਸੋਚਦੇ ਕਦੋਂ ਮਰੀਏ ਤੇ ਰੱਬ ਚ ਲਿਵਲੀਨ ਹੋਵਾਂਗੇ, ਰੱਬ ਵਿੱਚ ਜਾਵਾਂਗੇ। ਜੇ ਮਰਨ ਤੋਂ ਬਾਅਦ ਹੀ ਰੱਬ ਨਾਲ ਜੁੜੇ ਤੇ ਕੀ ਜੁੜੇ ਆਪਾਂ, ਜਿਉਂਦੇ ਜੀ ਪ੍ਰਮਾਤਮਾ ਦੇ ਪਿਆਰ ਚੋਂ ਜੁੜ ਜਾਂਦੇ। ਪਰ ਜਿਨ੍ਹਾਂ ਨੂੰ ਜਿਉਣ ਦੀ ਜਾਂਚ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਇਸ ਜ਼ਿੰਦਗੀ ਅੰਦਰ ਵਾਹਿਗੁਰੂ ਜੀ ਦੀ ਸਿਫਤ ਅਸੀਂ ਤਾਂ ਕਰ ਸਕਦੇ ਹਾਂ ਜੇ ਸਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਗੁਰੂ ਕੇ ਸ਼ਬਦ ਦੇ ਰਾਹੀਂ ਗਿਆਨ ਦੇਣ, ਸੋਝੀ ਦੇਣ। ਜੇ ਗਿਆਨ ਨਹੀਂ ਹੈ, ਇਹ ਸਰੀਰ ਮਿੱਟੀ ਦੀ ਢੇਰੀ ਹੈ। ਗੁਰਬਾਣੀ ਇਹ ਗੱਲ ਕਹਿੰਦੀ, ਆਵਨ ਆਏ ਸ੍ਰਿਸ਼ਟ ਮੈਂ ਬਿਨ ਬੂਝੇ ਪਸ਼ੂ ਢੋਰ। ਅਸੀਂ ਜ਼ਿੰਦਗੀ ਚਾਹੇ ਹਾਂ, ਜੇ ਜ਼ਿੰਦਗੀ ਦਾ ਗਿਆਨ ਨਹੀਂ ਹੈ, ਸਮਝ ਨਹੀਂ, ਤੇ ਅਸੀਂ ਪਸ਼ੂਆਂ ਵਰਗੇ ਹੀ ਹਾਂ। ਪਸ਼ੂ ਵੀ ਖਾਂਦੇ ਪੀਂਦੇ ਚਲੇ ਜਾਂਦੇ ਨੇ, ਅਸੀਂ ਵੀ ਖਾ ਪੀ ਕੇ ਚਲੇ ਗਏ। ਹਾਲਾਂਕਿ ਜਿੰਨਾ ਵਧੀਆ ਪਸ਼ੂ ਖਾਂਦੇ ਉਹਨਾਂ ਵਧੀਆ ਨਹੀਂ ਅਸੀਂ ਖਾ ਸਕਦੇ। ਐਵੇਂ ਹੰਕਾਰ ਹੈ, ਅਸੀਂ ਬਹੁਤ ਵਧੀਆ ਖਾਂਦੇ ਹਾਂ। ਜਿੰਨੇ ਤਾਜ਼ੇ ਮੇਵੇ ਪੰਛੀ ਖਾਂਦੇ, ਤੁਸੀਂ ਖਾਦੇ ਨੇ ਕਦੀ? ਤੁਹਾਨੂੰ ਤੇ ਕੈਮੀਕਲ ਲਗਾ ਕੇ, ਜ਼ਹਿਰ ਮਿਲਾ ਕੇ, ਸਟੋਰਾਂ ਚ ਲਾ ਕੇ ਫਿਰ ਮਿਲਦੇ ਨੇ। ਇਹੀ ਕਾਰਨ ਹੈ ਜਿੰਨੇ ਦੁੱਖ ਮਨੁੱਖ ਨੂੰ ਨੇ, ਜਿੰਨੇ ਭਿਆਨਕ ਰੋਗ ਮਨੁੱਖ ਨੂੰ ਨੇ, ਉਹ ਪਸ਼ੂਆਂ ਨੂੰ ਤੇ ਨਹੀਂ। ਕਦੀ ਪਸ਼ੂਆਂ ਨੂੰ ਰੋਗ ਦੇਖੇ ਜਿਹੜੇ ਮਨੁੱਖ ਨੂੰ ਲੱਗੇ ਨੇ? ਉਹਦਾ ਕਾਰਨ ਹੈ ਕਿ ਮਨੁੱਖ ਨੂੰ ਖਾਣਾ ਵੀ ਵਧੀਆ ਨਹੀਂ ਮਿਲਦਾ। ਮਨੁੱਖ ਪਸ਼ੂਆਂ ਪੰਛੀਆਂ ਵਰਗਾ ਖਾਂਦਾ ਵੀ ਨਹੀਂ ਹੈ। ਬੰਦੇ ਨੂੰ ਬੜਾ ਹੰਕਾਰ, ਜੀ ਮੈਂ ਬੜੇ ਪੀਜ਼ੇ ਬਰਗਰ ਖਾਣਾ, ਬ੍ਰਾਂਡਡ ਕੰਪਨੀਆਂ ਦੀਆਂ ਚੀਜ਼ਾਂ ਖਾਣਾ, ਬ੍ਰਾਂਡਡ ਕੱਪੜੇ ਪਾਉਣਾ। ਇਹ ਕਰਦਾ ਕੀ ਹੈ? ਕਦੀ ਕਿਸੇ ਪਸ਼ੂ ਨੇ ਖਲੋ ਕੇ ਦੇਖਿਆ ਤੁਹਾਡੇ ਵੱਲ ਤੁਸੀਂ ਵਧੀਆ ਕੰਪਨੀ ਦੇ ਕੱਪੜੇ ਪਾਏ ਹੋਣ ਕਿ ਬੰਦਾ ਬੜੇ ਵਧੀਆ ਤੇ ਕੱਪੜੇ ਪਾਈ ਜਾਂਦਾ? ਦੇਖਿਆ ਕਦੀ ਕਿਸੇ ਨੇ? ਪਰ ਤੁਸੀਂ ਜਿੰਨੇ ਮਰਜ਼ੀ ਵਧੀਆ ਕੱਪੜੇ ਪਾਏ ਹੋਣ, ਜਿੰਨੇ ਮਰਜ਼ੀ ਵੱਡੇ ਰੁਤਬੇ ਤੇ ਬੈਠੇ ਹੋ, ਰੱਬ ਦਾ ਬਣਾਇਆ ਕਿਤੇ ਪੰਛੀ ਬੈਠਾ ਹੋਏ ਤੇ ਦੇਖਣ ਲਈ ਮਜਬੂਰ ਹੋ ਜਾਂਦੇ ਕਿ ਕਿੰਨਾ ਸੁੰਦਰ ਹੈ ਬਈ, ਕਿੰਨਾ ਪਿਆਰਾ ਹੈ। ਕਦੀ ਕਿਸੇ ਪੰਛੀ ਨੇ ਮਨੁੱਖ ਨੂੰ ਕਿਹਾ ਕਿ ਸੁੰਦਰ ਹੈ?
ਹਾਂ ਉਦੋਂ ਕਿਹਾ ਜਾਏਗਾ ਜਦੋਂ ਮਨੁੱਖ ਕੰਮ ਵਧੀਆ ਕਰੇਗਾ, ਉਦੋਂ ਸਾਰੀ ਕਾਇਨਾਤ ਇਹਦੀ ਸੇਵਾਦਾਰ ਬਣ ਜਾਂਦੀ ਹੈ। ਇਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਜ਼ਿੰਦਗੀ ਮਹਾਨ ਹੈ ਪਰ ਜੀਵਨ ਕੀ ਬਿਦਨਾ, ਇਹਨੂੰ ਜਿਉਣ ਦੀ ਜਾਂਚ ਨਹੀਂ ਹੈ। ਜਦੋਂ ਅਸੀਂ ਗੁਰੂ ਕੋਲ ਆਉਂਦੇ ਹਾਂ, ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਜਿਉਣ ਦੀ ਜਾਂਚ ਹੀ ਦੱਸਦੇ ਨੇ। ਸਭ ਕੁਝ ਪ੍ਰਮਾਤਮਾ ਨੇ ਦਿੱਤਾ ਹੈ, ਕਿਸੇ ਮਨੁੱਖ ਨੂੰ ਘੱਟ ਨਹੀਂ ਦਿੱਤਾ। ਹਰ ਮਨੁੱਖ ਧਰਤੀ ਦਾ ਰਾਜਾ ਹੈ, ਪਰ ਗਿਆਨ ਨਾ ਹੋਣ ਕਰਕੇ ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਪਿਆ ਭਿਖਾਰੀ। ਅਸੀਂ ਭਿਖਾਰੀ ਬਣ ਕੇ ਸਿਰਫ ਗਿਆਨ ਨਾ ਹੋਣ ਕਰਕੇ। ਜਦੋਂ ਗਿਆਨ ਹੁੰਦਾ ਹੈ, ਸਤਿਗੁਰੂ ਜੀ ਕਹਿੰਦੇ ਤੇਰੇ ਅੰਦਰ ਪਰਮਾਤਮਾ ਬੈਠਾ ਹੈ, ਤੇਰੇ ਅੰਦਰ ਨੌਨਿਤ ਨਾਮ ਬੈਠਾ ਹੋਇਆ ਹੈ, ਤੇਰੇ ਅੰਦਰ ਤਾਂ ਸੁੱਖਾਂ ਦਾ ਸਮੁੰਦਰ ਹੈ, ਫਿਰ ਬੰਦੇ ਦੀ ਜ਼ਿੰਦਗੀ ਸਫਲ ਹੋ ਜਾਂਦੀ ਹੈ। ਇਸ ਕਰਕੇ ਜਦੋਂ ਗੁਰੂ ਪਾਸੋਂ ਗਿਆਨ ਮਿਲਦਾ ਹੈ, ਇਸ ਕਰਕੇ ਸਤਿਗੁਰੂ ਜੀ ਨੇ ਕਿਹਾ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰੂ ਤੋਂ ਬਿਨਾਂ ਹਨੇਰਾ ਹੀ ਰਹਿਣਾ ਹੈ। ਹਨੇਰਾ ਕੀ ਹੈ? ਸਾਨੂੰ ਕਿਸੇ ਚੀਜ਼ ਦਾ ਪਤਾ ਨਾ ਲੱਗੇ, ਅਸੀਂ ਟਾਈਮ ਹੀ ਵੇਸਟ ਕਰੀਏ, ਪੈਸਾ ਵੀ ਖਰਚ ਕਰੀਏ, ਸਫਲਤਾ ਨਾ ਮਿਲੇ। ਕੋਈ ਸਿਆਣਾ ਬੰਦਾ ਕਹਿੰਦਾ ਨਹੀਂ ਇਹ ਕੰਮ ਇਦਾਂ ਕਰਨਾ, ਅਸੀਂ ਕਹਿੰਦੇ ਇਸ ਤੇ ਹਨੇਰੇ ਜੀ ਟੱਕਰਾਂ ਮਾਰਦੇ ਰਹੇ। ਹਨੇਰਾ ਦਾ ਅਰਥ ਅਗਿਆਨਤਾ। ਜ਼ਿੰਦਗੀ ਦੇ ਪ੍ਰਤੀ ਸੀ ਹਨੇਰੇ ਚ ਅੱਗੇ ਪੈਸਾ ਕਮਾ ਕੇ ਸੁੱਖ ਮਾਣ ਲਾਂਗੇ, ਵੱਡੇ ਰੁਤਬੇ ਰਹੇ ਸੁੱਖ ਮਾਣ ਲਾਂਗੇ। ਰੁਤਬਿਆਂ ਵਾਲੇ ਵੀ ਵਿਚਾਰੇ ਸੜਕਾਂ ਤੇ ਰੁਲਦੇ ਫਿਰਦੇ ਨੇ, ਪੈਸੇ ਵਾਲੇ ਵੀ ਤੁਰੇ ਫਿਰਦੇ ਨੇ, ਉਹ ਵੀ ਹਸਪਤਾਲਾਂ 'ਚ ਪਏ ਨੇ। ਸੁੱਖ ਤਾਂ ਭਾਈ ਮਿਲਣਾ ਵਾਹਿਗੁਰੂ ਜੀ ਦੇ ਪਿਆਰ ਜੁੜ ਕੇ, ਪਰ ਇਹ ਗਿਆਨ ਮਿਲਣਾ ਸਤਿਗੁਰੂ ਜੀ ਪਾਸੋਂ। ਜਦੋਂ ਗੁਰੂ ਗਿਆਨ ਦਿੰਦਾ ਹੈ ਉਦੋਂ ਇਹ ਸਰੀਰ ਜਿਹੜਾ ਸਫਲ ਹੋ ਜਾਂਦਾ ਹੈ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜ ਕੇ। ਬਿਨ ਸਤਿਗੁਰ ਭਰਮ ਭੁਲਾਣੀਆਂ, ਕਿਆ ਮੋਹ ਦੇਸਨ ਆਗਾ ਜਾਏ। ਸਤਿਗੁਰੂ ਦੇ ਗਿਆਨ ਤੋਂ ਬਿਨਾਂ ਇਹ ਮਨੁੱਖ ਭਰਮ ਭੁਲੇਖਿਆਂ 'ਚ ਭਟਕਦਾ ਫਿਰਦਾ ਹੈ। ਜੇ ਹੁਣ ਅਸੀਂ ਭਰਮ ਭੁਲੇਖਿਆਂ 'ਚ ਰਹੇ ਤੇ ਰੱਬ ਦੇ ਦਰ ਤੇ ਕੀ ਮੂੰਹ ਆਪਾਂ ਦਿਖਾਵਾਂਗੇ? ਬਾਬਾ ਫਰੀਦ ਸਾਹਿਬ ਜੀ ਨੇ ਕਿਹਾ ਸੀ ਜਿੰਨੀ ਕਮੀ ਨਾਹੇ ਗੁਣ ਤੇ ਕਮੜੇ ਵਿਸਾਰ, ਮਤ ਸ਼ਰਮਿੰਦਾ ਥੀ ਵੀ ਸਾਈਂ ਦਾ ਦਰਬਾਰ। ਕਿਤੇ ਉੱਥੇ ਸਾਨੂੰ ਸ਼ਰਮਿੰਦੇ ਨਾ ਹੋਣਾ ਪਏ ਕਿ ਆਪਾਂ ਜ਼ਿੰਦਗੀ 'ਚ ਕੀ ਕੀਤਾ ਹੈ। ਕਿਆ ਦੇਨ ਮੋਹ ਜਾਏ, ਅਵਗੁਣ ਪਛਤਾਏ, ਦੁਖੋ ਦੁਖ ਕਮਾਏ। ਸਤਿਗੁਰੂ ਜੀ ਕਹਿੰਦੇ ਅਵਗੁਣ ਕਰਕੇ ਤੇ ਦੁਖੀ ਹੋਵਾਂਗੇ, ਅੱਗੇ ਕੀ ਮੂੰਹ ਲੈ ਕੇ ਜਾਵਾਂਗੇ ਅਸੀਂ? ਫਿਰ ਤੇ ਨਿਤ ਦੁੱਖ ਹੀ ਦੁੱਖ ਸਾਨੂੰ ਜ਼ਿੰਦਗੀ 'ਚ ਮਿਲਣਗੇ। ਨਾਮ ਰਤੀਆ ਸੇ ਰੰਗ ਚਲੂਲਾ, ਫਿਰ ਕਾ ਅੰਕ ਸਮਾਏ। ਜਿਹੜੇ ਵਾਹਿਗੁਰੂ ਜੀ ਦੇ ਨਾਮ ਵਿੱਚ ਰੱਤੇ ਹੋਏ ਨੇ, ਜੁੜੇ ਨੇ, ਜਿਨ੍ਹਾਂ ਦਾ ਨਾਮ ਨਾਲ ਪਿਆਰ ਹੈ। ਚਲੂਲਾ ਦਾ ਅਰਥ ਹੁੰਦਾ ਗੂੜਾ, ਚਲੂਲਾ ਦਾ ਅਰਥ ਹੈ ਅਤ ਗੂੜਾ। ਇੱਕ ਫੁੱਲ ਵੀ ਹੁੰਦਾ ਉਹਦਾ ਰੰਗ ਬੜਾ ਗੂੜਾ ਹੁੰਦਾ ਹੈ। ਇਸ ਕਰਕੇ ਜਿਹੜੇ ਨਾਮ ਵਿੱਚ ਜੁੜ ਜਾਂਦੇ ਉਹਨਾਂ ਦੇ ਅੰਦਰ ਗੂੜਾ ਪਿਆਰ ਪ੍ਰਮਾਤਮਾ ਦਾ ਪੈਦਾ ਹੋ ਜਾਂਦਾ ਹੈ। ਉਹ ਫਿਰ ਕੇ ਅੰਕ ਦਾ ਅਰਥ ਹੁੰਦਾ ਗੋਦ, ਉਹ ਵਾਹਿਗੁਰੂ ਜੀ ਦੀ ਗੋਦ ਵਿੱਚ ਸਮਾ ਜਾਂਦੇ, ਲਿਵਲੀਨ ਹੋ ਜਾਂਦੇ ਹਨ। ਤਿਸ ਜੀਵੜ ਆਵਰ ਨਾ ਸੂਝਈ, ਕਿਸੇ ਆਗਾ ਕਹੀਆ ਜਾਏ। ਪ੍ਰਮਾਤਮਾ ਵਰਗਾ ਮਹਾਨ ਕੋਈ ਨਹੀਂ ਹੈ। ਅਸੀਂ ਹੋਰ ਕਿਹਦੇ ਅੱਗੇ ਆਪਣੀ ਫਰਿਆਦ ਕਰੀਏ? ਅਸੀਂ ਇੱਕ ਬਚਨ ਸੁਣਿਆ ਸੀ, ਹਰ ਜੇਠ ਜੁੜਨ ਦਾ ਲੋੜੀਐ, ਜਿਸ ਅੱਗੇ ਸਭ ਨਿਮਨ, ਹਰ ਸੱਜਣ ਦਾਮਨ ਲੱਗਿਆ, ਕਿਸੇ ਨਾ ਦੇਈ ਬਨ। ਜ਼ਿੰਦਗੀ ਅੰਦਰ ਜੋੜਨਾ ਤੇ ਪ੍ਰਮਾਤਮਾ ਨਾਲ ਜੁੜੋ। ਪ੍ਰਮਾਤਮਾ ਅੱਗੇ ਸਾਰੀ ਦੁਨੀਆ ਝੁਕਦੀ ਹੈ, ਪ੍ਰਮਾਤਮਾ ਵਰਗਾ ਹੋਰ ਕੋਈ ਨਹੀਂ ਹੈ। ਜੇ ਇੱਕ ਵਾਰੀ ਉਹਦੇ ਨਾਲ ਜੁੜ ਗਏ ਨਾ, ਫਿਰ ਪ੍ਰਮਾਤਮਾ ਤੁਹਾਨੂੰ ਹੋਰ ਕਿਸੇ ਅੱਗੇ ਬੰਨ ਕੇ ਨਹੀਂ ਤੋਰੇਗਾ। ਹੋਰ ਕੋਈ ਤੁਹਾਡੇ ਤੇ ਰੋਹਬ ਨਹੀਂ ਪਾ ਸਕੇਗਾ, ਕੋਈ ਤੁਹਾਨੂੰ ਗੁਲਾਮ ਨਹੀਂ ਬਣਾ ਸਕੇਗਾ ਜੇ ਤੁਸੀਂ ਪ੍ਰਮਾਤਮਾ ਦੇ ਪਿਆਰ ਜੁੜ ਗਏ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਪ੍ਰਮਾਤਮਾ ਵਰਗਾ ਕੋਈ ਨਜ਼ਰ ਨਹੀਂ ਆਉਂਦਾ। ਭਾਈ ਅਸੀਂ ਕਿਹਦੇ ਕੋਲ ਜਾ ਕੇ ਆਪਣੇ ਦੁੱਖ ਦਸੀਏ? ਸੋ ਸੱਚਾ ਸੱਚ ਸਲਾਹੀਆ, ਜੇ ਸਤਿਗੁਰ ਦੇ 부ਝਾਏ। ਧੰਨ ਗੁਰੂ ਅਮਰਦਾਸ ਜੀ ਕਹਿੰਦੇ ਜੇ ਜ਼ਿੰਦਗੀ ਮਿਲੀ ਹੈ, ਸਰੀਰ ਮਿਲਿਆ ਹੈ, ਇਸ ਸਰੀਰ ਵਿੱਚ ਗੁਰੂ ਕੇ ਗਿਆਨ ਰਾਹੀਂ ਉਹ ਸਦਾ ਕਾਇਮ ਰਹਿਣ ਵਾਲੇ ਵਾਹਿਗੁਰੂ ਜੀ ਦੀ ਸਿਫਤ ਸਲਾਹ ਕਰਿਆ ਕਰੋ, ਉਹਦੇ ਗੁਣ ਗਾਇਆ ਕਰੋ, ਇਹ ਮਨੁੱਖਾ ਜਨਮ ਸਫਲ ਹੋ ਜਾਏ। ਜਿਨੀ ਸੱਚੜਾ ਸੱਚ ਸਲਾਹਿਆ, ਹਉ ਤਿਨ ਲਾਗਾਉ ਪਾਏ। ਚੌਥਾ ਪਦ ਸ਼ੁਰੂ ਹੋਇਆ ਹੈ। ਪਹਿਲੇ ਪਦ ਅੰਦਰ ਕਿਹਾ ਸੀ ਸਰੀਰ ਨਾਸਵੰਤ ਹੈ, ਭਾਈ ਇਹਦਾ ਹੰਕਾਰ ਨਹੀਂ ਕਰਨਾ ਚਾਹੀਦਾ, ਇਹਦੇ ਚ ਕਿਸੇ ਨੇ ਤੁਹਾਡੇ ਕੰਮ ਨਹੀਂ ਆਉਣਾ। ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ ਕਿ ਇਹ ਸਰੀਰ ਕੰਚਨਵੰਨਾ ਬਣ ਸਕਦਾ ਹੈ ਤੇ ਨਾਸਵੰਤ, ਪਰ ਇਹ ਸਰੀਰ ਕੰਚਨਵੰਨਾ ਬਣ ਸਕਦਾ ਜੇ ਆਪਾਂ ਸਤਿਗੁਰੂ ਦੇ ਗਿਆਨ ਦੇ ਰਾਹੀਂ ਉੱਤਮ ਕਰਮ ਕਰੀਏ, ਗੁਰੂ ਦੇ ਰਾਹੀਂ ਪ੍ਰਮਾਤਮਾ ਦੇ ਪਿਆਰ ਜੁੜੀਏ। ਫਿਰ ਸਾਨੂੰ ਸਤਿਗੁਰੂ ਜੀ ਨੇ ਕਿ ਜੇ ਜ਼ਿੰਦਗੀ ਮਿਲੀ ਹੈ, ਗੁਰੂ ਕੇ ਗਿਆਨ ਰਾਹੀਂ ਸਦਾ ਪ੍ਰਮਾਤਮਾ ਦੇ ਗੁਣ ਗਾਇਆ ਕਰੋ, ਵਾਹਿਗੁਰੂ ਜੀ ਦੀ ਕੀਰਤੀ ਕਰਿਆ ਕਰੋ, ਕਿਉਂਕਿ ਜੋ ਵਾਹਿਗੁਰੂ ਜੀ ਦੇ ਰੰਗ ਜੁੜਦੇ ਨੇ ਉਹ ਰੰਗ ਗੂੜਾ ਹੈ। ਮਾਇਆ ਦਾ ਰੰਗ ਤਾਂ 4 ਦਿਹਾੜੇ ਦਾ ਲੱਥ ਜਾਣਾ ਹੈ, ਪ੍ਰਮਾਤਮਾ ਦਾ ਰੰਗ ਗੂੜਾ ਹੈ, ਉਹ ਸਦਾ ਸੁੱਖ ਦਿੰਦਾ ਹੈ। ਆਖਰੀ ਬੰਦ ਦੇ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਜਿਨ੍ਹਾਂ ਨੇ ਗੁਰੂ ਕੇ ਗਿਆਨ ਰਾਹੀਂ ਵਾਹਿਗੁਰੂ ਜੀ ਦੀ ਸਿਫਤ ਸਲਾਹ ਕੀਤੀ ਹੈ, ਮੈਂ ਤੇ ਉਹਨਾਂ ਦੇ ਪੈਰਾਂ ਤੇ ਨਮਸਕਾਰ ਕਰਦਾ। ਇੱਕ ਸਰੀਰ ਉਹ ਨੇ ਜਿਨ੍ਹਾਂ ਨੂੰ ਦੁਰਕਾਰਿਆ ਜਾਂਦਾ, ਕੁਝ ਸਰੀਰ ਉਹ ਨੇ ਜਿਨ੍ਹਾਂ ਨੂੰ ਪੂਜਿਆ ਜਾਂਦਾ। ਭਾਈ ਗੁਰਦਾਸ ਜੀ ਦਾ ਬਚਨ ਕਾਹੂ ਦਸਾ ਕਿ ਪਵਨ ਗਮਨ ਕੇ ਵਰਖਾ ਹੋਇਆ,
ਕਾਹੂ ਦਸਾ ਕਿ ਪਵਨ ਬਾਦਰ ਬਿਲਾਤ ਹੈ। ਕਿਸੇ ਪਾਸਿਓਂ ਹਵਾ ਆਉਂਦੀ ਹੈ, ਬੱਦਲ ਆਉਂਦੇ ਨੇ, ਮੀਂਹ ਪੈਂਦਾ ਹੈ। ਕਿਸੇ ਪਾਸੇ ਹਵਾ ਆਉਂਦੀ, ਬੱਦਲਾਂ ਨੂੰ ਉਡਾ ਕੇ ਲੈ ਜਾਂਦੀ ਹੈ। ਕਾਹੂ ਜਲ ਪਾਨ ਕੀ ਰਹਿਤ ਅਰੋਗ ਦੇਹੀ, ਕਾਹੂ ਜਲ ਪਾਨ ਗਾਤ ਬਿਰਥਾ ਬਿਲਾਤ ਹੈ। ਕਿਸੇ ਥਾਂ ਦਾ ਪਾਣੀ ਪੀਓ, ਸਰੀਰ ਦੇ ਰੋਗ ਕੱਟੇ ਜਾਂਦੇ ਨੇ, ਪਾਣੀ ਵਧੀਆ ਹੁੰਦਾ। ਕਿਸੇ ਥਾਂ ਦਾ ਪਾਣੀ ਪੀਓ ਤੇ ਸਰੀਰ 'ਚ ਰੋਗ ਪੈਦਾ ਹੁੰਦੇ। ਪਾਣੀ ਤੇ ਬਰਾਬਰ ਹੀ ਹੈ, ਪਰ ਪਾਣੀ ਦੇ ਉੱਪਰ ਧਰਤੀ ਦਾ ਜੋ ਮੰਡ ਹੈ ਜਾਂ ਜਿਹੋ ਜਿਹੇ ਲੋਕ ਰਹਿੰਦੇ ਨੇ, ਉਹੋ ਜਿਹਾ ਪਾਣੀ ਦਾ ਸੁਭਾਅ ਬਣ ਜਾਂਦਾ ਹੈ। ਸਾਡੇ ਪੰਜਾਬ ਦਾ ਪਾਣੀ ਕਿੰਨਾ ਉੱਤਮ ਸੀ, ਪਰ ਹੁਣ ਅਸੀਂ ਜ਼ਹਿਰਾਂ ਪਾ ਕੇ, ਕੈਮੀਕਲ ਪਾ ਕੇ ਪਾਣੀ ਨੂੰ ਜ਼ਹਿਰ ਬਣਾ ਲਿਆ। ਰੱਬ ਨੇ ਵਧੀਆ ਬਣਾਇਆ ਸੀ, ਜਿੰਨ ਦੀਆ ਤੁਧ ਨੀਰ ਨਿਰਮੋਲਾ, ਨਿਮੋਲਕ ਪਾਣੀ ਦਿੱਤਾ ਸੀ। ਅਸੀਂ ਹੁਣ ਇੰਨੇ ਲਾਲਚੀ ਹੋ ਗਏ ਕਿ ਬਹੁਤੀਆਂ ਖਾਦਾਂ ਪਾਓ, ਬਹੁਤੀਆਂ ਰਸਾਇਣਾਂ ਪਾਓ, ਫਸਲ ਬਹੁਤੀ ਹੋਏਗੀ। ਉਹ ਪਾਣੀ ਜ਼ਹਿਰ ਬਣ ਗਿਆ ਸਾਡਾ, ਉਹ ਪਾਣੀ ਰੋਗਾਂ ਦਾ ਕਾਰਨ ਬਣ ਗਿਆ। ਸਾਡੇ ਬਹੁਤਾਂ ਦਾ ਰੋਗਾਂ ਦਾ ਕਾਰਨ ਸਾਡੀਆਂ ਇਹ ਖਾਦਾਂ ਨੇ, ਸਾਡੀਆਂ ਇਹ ਅਨੇਕ ਤਰ੍ਹਾਂ ਦੀਆਂ ਦਵਾਈਆਂ ਨੇ, ਜਿਹੜੀਆਂ ਅਸੀਂ ਅੰਨ੍ਹੇਵਾਹ ਛਿੜਕਦੇ ਸਿਰਫ ਇਸ ਲਈ ਕਿ ਬਹੁਤੀ ਫਸਲ ਪੈਦਾ ਹੋਏਗੀ। ਬਹੁਤੀ ਫਸਲ ਤੇ ਪੈਦਾ ਹੁੰਦੀ, ਹੁਣ ਬਹੁਤੇ ਰੋਗ ਵੀ ਪੈਦਾ ਹੋਣੇ ਸ਼ੁਰੂ ਹੋ ਗਏ। ਜਿੰਨੇ ਬਹੁਤੇ ਪੈਸੇ ਕਮਾਉਣੇ, ਉਹਨੇ ਬਹੁਤੇ ਡਾਕਟਰਾਂ ਨੂੰ ਦੇਣੇ ਸ਼ੁਰੂ ਕਰਤੇ ਅਸੀਂ। ਇਸ ਕਰਕੇ ਪਾਣੀ ਇੱਕੋ ਜਿਹਾ ਹੀ ਹੈ ਸਾਰੇ। ਪਾਣੀ ਪਵਿੱਤਰ ਹੈ, ਪਰ ਜਿਹੋ ਜਿਹੀ ਧਰਤੀ ਮਿਲਦੀ ਉਹੋ ਜਿਹਾ ਪਾਣੀ ਬਣ ਜਾਂਦਾ ਹੈ। ਕਾਹੂ ਗ੍ਰਹਿ ਕੀ ਅਗਨ ਭਵਨ ਪਾਕ ਸੇ ਦੁਰ, ਕਾਹੂ ਗ੍ਰਹਿ ਕੀ ਅਗਨ ਭਵਨ ਜਲਾਤ ਹੈ। ਅੱਗ ਤੇ ਇੱਕੋ ਜਿਹੀ ਹੈ। ਕਿਸੇ ਘਰ 'ਚ ਰੋਟੀ ਪਾਣੀ ਤਿਆਰ ਕਰਦੇ ਆ, ਕਮਲੇ ਦੇ ਹੱਥ ਆ ਜੇ ਤੇ ਘਰ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ। ਜ਼ਿੰਦਗੀ ਇੱਕੋ ਜਿਹੀ ਹੈ ਪਈ ਸਾਰਿਆਂ ਨੂੰ। ਪਰ ਕਾਹੋਂ ਕੀ ਸੰਗਤ ਮਿਲ ਜੀਵਨ ਮੁਕਤ ਹੋਤ, ਕਾਹੋਂ ਕੀ ਸੰਗਤ ਮਿਲ ਜਮ ਪ੍ਰਜਾਤ ਹੈ। ਕਿਸੇ ਨੂੰ ਸਤਿਗੁਰੂ ਦੀ ਸੰਗਤ ਮਿਲ ਗਈ, ਗੁਰੂ ਕੇ ਉਪਦੇਸ਼ ਰਾਹੀਂ ਪ੍ਰਮਾਤਮਾ ਦੇ ਪਿਆਰ ਜੁੜ ਕੇ ਸਫਲ ਹੋ ਗਿਆ, ਉਹ ਪੂਜਨੀਕ ਬਣ ਗਿਆ। ਉਹਦੇ ਤੇ ਪ੍ਰਥਾਏ ਸਤਿਗੁਰੂ ਜੀ ਕਹਿੰਦੇ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀਗਤ ਪਾਏ। ਪਰ ਕੋਈ ਕੁਝ ਸੰਗਤ ਵਿੱਚ ਜੁੜ ਗਿਆ, ਕੋਈ ਔਗਣਾਂ 'ਚ ਪੈ ਗਿਆ, ਉਹਨੂੰ ਲੋਕੀ ਦੁਰਕਾਰਦੇ ਨੇ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਗੁਰੂ ਰਾਹੀਂ ਵਾਹਿਗੁਰੂ ਜੀ ਦਾ ਸਿਮਰਨ ਕੀਤਾ, ਭਈ ਮੈਂ ਉਹਨਾਂ ਦੇ ਪੈਰਾਂ ਤੇ ਡਿੱਗਦਾ, ਉਹਨਾਂ ਦਾ ਸਤਿਕਾਰ ਕਰਦਾ, ਉਹ ਸਰੀਰ ਪੂਜਨੀਕ ਹੋ ਜਾਂਦਾ ਹੈ, ਸਤਿਕਾਰਯੋਗ ਬਣ ਜਾਂਦਾ ਹੈ। ਸੇ ਜਨ ਸੱਚੇ ਨਿਰਮਲੇ, ਤਿਨ ਮਿਲਿਆ ਮਲ ਸਭ ਜਾਏ। ਉਹ ਲੋਕ ਨੇ ਜਿਨ੍ਹਾਂ ਕੋਲ ਬੈਠ ਕੇ ਮਨ ਮੈਲਾ ਹੋ ਜਾਂਦਾ, ਮਨ ਬੁਰਾਈਆਂ ਵਾਲੇ ਬੰਨੇ ਲੱਗ ਜਾਂਦਾ। ਉੱਥੇ ਸਾਨੂੰ ਵਰਜਿਆ ਸਤਿਗੁਰੂ ਜੀ ਨੇ ਕਿ ਕਬੀਰ ਸਾਖਤ ਸੰਗ ਨਾ ਕੀਜੀਏ, ਦੂਰ ਰਹਿ ਜਾਈਏ ਭਾਗ, ਬਾਸਨ ਕਾਰੋ ਪਰਸੀਏ ਤਉ ਕਛ ਲਾਗੈ ਦਾਗ। ਉਹ ਕੁਸੰਗਤ ਵਿੱਚ ਨਾ ਜਾਓ, ਮਾੜੇ ਲੋਕਾਂ ਕੋਲ ਨਾ ਬੈਠੋ। ਮਾੜੇ ਲੋਕਾਂ ਕੋਲ ਬੈਠੋਗੇ ਜਿਵੇਂ ਕਾਲੇ ਭਾਂਡੇ ਕੋਲ ਜਾਓ ਤੇ ਥੋੜੀ ਬਹੁਤੀ ਕਾਲਖ ਲੱਗ ਜਾਂਦੀ ਹੈ, ਕਾਲਖ ਤੁਹਾਨੂੰ ਵੀ ਲੱਗ ਹੀ ਜਾਣੀ ਹੈ। ਮਨਮੁਖਾਂ ਕੋਲ ਬੈਠ ਕੇ ਕਾਲਖ ਲੱਗ ਹੀ ਜਾਣੀ ਹੈ। ਪਰ ਸਤਿਗੁਰੂ ਜੀ ਕਹਿੰਦੇ ਜਿਹੜੇ ਰੱਬ ਦੇ ਪਿਆਰ ਜੁੜੇ ਨੇ, ਸੇ ਜਨ ਸੱਚੇ ਨਿਰਮਲੇ, ਉਹ ਰੱਬ ਦੇ ਪਿਆਰੇ ਪਵਿੱਤਰ ਹੋ ਜਾਂਦੇ ਨੇ, ਸੱਚੇ ਹੋ ਜਾਂਦੇ ਨੇ, ਮੈਲ ਤੋਂ ਰਹਿਤ। ਉਹ ਆਪ ਤੇ ਮੈਲ ਤੋਂ ਰਹਿਤ ਹੁੰਦੇ ਨੇ। ਪਰ ਤਿੰਨ ਮਿਲਿਆ ਸਭ ਮਿਲ ਜਾਏ। ਉਹਨਾਂ ਦੀ ਸੰਗਤ 'ਚ ਬੈਠ ਕੇ ਮੈਲ ਦੂਰ ਹੋ ਜਾਂਦੀ ਹੈ। ਉਹਨਾਂ ਦੀ ਸੰਗਤ 'ਚ ਬੈਠ ਕੇ ਮਨੁੱਖ ਦਾ ਮਨ ਨਿਰਮਲ ਹੋ ਜਾਂਦਾ ਹੈ। ਤਿਨ ਮਿਲਿਆ ਮਲ ਸਭ ਜਾਏ, ਸੱਚਾ ਸਰਨਾਏ, ਸੱਚਾ ਸਹਿਜ ਸੁਭਾਏ। ਉਹਨਾਂ ਦੀ ਸੰਗਤ ਸਰੋਵਰ ਦੀ ਨਿਆਈ ਹੈ। ਜਿਵੇਂ ਸਰੋਵਰ 'ਚ ਅਸੀਂ ਇਸ਼ਨਾਨ ਕਰਦੇ, ਸਰੀਰ ਦੀ ਮੈਲ ਮਿਟ ਜਾਂਦੀ ਹੈ। ਉਹਨਾਂ ਦੀ ਸੰਗਤ 'ਚ ਬੈਠਾਂਗੇ, ਸਾਡੇ ਮਨ ਦੀ ਮੈਲ ਮਿਟੇਗੀ। ਉਹਨਾਂ ਕੋਲ ਬੈਠ ਕੇ ਸਾਡੀ ਸੁਰਤ ਦੀ ਮੈਲ ਮਿਟੇਗੀ, ਸਾਡੇ ਅੰਦਰੋਂ ਅਗਿਆਨਤਾ ਮਿਟੇਗੀ। ਸਰੀਰ ਉਹੀ ਹੈ। ਕੁਝ ਸਰੀਰ ਉਹ ਨੇ ਜਿਨ੍ਹਾਂ ਕੋਲ ਬੈਠ ਕੇ ਅਸੀਂ ਔਗੁਣਾਂ ਦੀ ਮੈਲ ਨਾਲ ਭਰ ਜਾਂਦੇ ਹਾਂ, ਤੇ ਕੁਝ ਸਰੀਰ ਉਹ ਨੇ ਜਿਨ੍ਹਾਂ ਕੋਲ ਬੈਠ ਕੇ ਜਿਵੇਂ ਸਰੋਵਰ 'ਚ ਇਸ਼ਨਾਨ ਕਰਦੇ ਸਰੀਰ ਦੀ ਮੈਲ ਮਿਟਦੀ ਹੈ, ਸ਼ੀਤਲਤਾ ਮਿਲਦੀ ਹੈ, ਤਿਵੇਂ ਉਹਨਾਂ ਦੀ ਸੰਗਤ 'ਚ ਬੈਠ ਕੇ ਸਾਡਾ ਮਨ ਪਵਿੱਤਰ ਹੋ ਜਾਂਦਾ ਹੈ, ਮਨ ਵਿੱਚੋਂ ਮੈਲ ਮੁੱਕ ਜਾਂਦੀ ਹੈ ਔਰ ਸੱਚੇ ਸਹਿਜ ਸੁਭਾਏ। ਉਹਨਾਂ ਦੀ ਸੰਗਤ 'ਚ ਬੈਠ ਕੇ ਬੰਦਾ ਸਹਿਜ ਹੀ ਸੁਤੇ ਸਿੱਧ ਪਰਮਾਤਮਾ ਦੇ ਪਿਆਰ 'ਚ ਲਿਵਲੀਨ ਹੋ ਜਾਂਦਾ ਹੈ। ਭਾਵ ਮਨੁੱਖ ਵਾਹਿਗੁਰੂ ਜੀ ਦੇ ਰੰਗ 'ਚ ਰੰਗਿਆ ਜਾਂਦਾ ਹੈ। ਨਾਮ ਨਿਰੰਜਨ ਆਗਮ ਅਗੋਚਰ, ਸਤਿਗੁਰ ਦੀਆ 부ਝਾਏ। ਸਾਹਿਬ ਕਹਿੰਦੇ ਕਿ ਵਾਹਿਗੁਰੂ ਜੀ ਦਾ ਨਾਮ ਨਿਰੰਜਨ, ਨਿਰੰਜਨ ਦਾ ਅਰਥ ਹੁੰਦਾ ਮੈਲ ਤੋਂ ਰਹਿਤ। ਪਰਮਾਤਮਾ ਦਾ ਨਾਮ ਮੈਲ ਤੋਂ ਰਹਿਤ ਹੈ, ਪਰ ਅਗਮ ਅਗੋਚਰ। ਇਹਨੂੰ ਅਸੀਂ ਕਿਸੇ ਵੀ ਤਰੀਕੇ ਨਾਲ ਪ੍ਰਾਪਤ ਨਹੀਂ ਕਰ ਸਕਦੇ ਕਿ ਪੈਸੇ ਨਾਲ ਖਰੀਦ ਲਈਏ ਜਾਂ ਅਸੀਂ ਆਪਣੇ ਯਤਨ ਨਾਲ ਇਹਨੂੰ ਖਰੀਦ ਲਈਏ। ਇਹ ਅਗਮ ਅਗੋਚਰ ਹੈ, ਸਾਡੀ ਗਮਤਾ ਤੋਂ ਪਰੇ ਹੈ, ਸਾਡੇ ਇੰਦਰੀਆਂ ਦੇ ਗੋਚਰਾ ਨਹੀਂ ਹੈ। ਪਰ ਸਤਿਗੁਰੂ ਦੀਆ ਵਜਾਏ, ਜਦੋਂ ਅਸੀਂ ਗੁਰੂ ਕੀ ਸੰਗਤ ਚ ਆਉਂਦੇ ਹਾਂ, ਸਤਿਗੁਰੂ ਜੀ ਸਾਨੂੰ ਨਾਮ ਦੀ ਸੋਝੀ ਦਿੰਦੇ ਹਨ। ਅਨ ਦਿਨ ਭਗਤ ਕਰਹਿ ਰੰਗ ਰਾਤੇ, ਨਾਨਕ ਸੱਚ ਸਮਾਏ। ਸਤਿਗੁਰੂ ਜੀ ਦੀ ਸੰਗਤ ਵਿੱਚ ਆਉਂਦੇ ਨੇ, ਸਾਧ ਸੰਗਤ ਵਿੱਚ ਆਉਂਦੇ ਨੇ, ਰੱਬੀ ਪਿਆਰਿਆਂ ਦੀ ਸੰਗਤ 'ਚ ਬੈਠਦੇ ਨੇ, ਉਹ ਦਿਨ ਰਾਤ ਵਾਹਿਗੁਰੂ ਜੀ ਦੇ ਰੰਗੇ ਪਿਆਰ 'ਚ ਰੰਗੇ ਹੋਏ ਰੱਬ ਦੀ ਭਗਤੀ ਕਰਦੇ ਨੇ। ਵਾਹਿਗੁਰੂ ਜੀ ਦੇ ਪਿਆਰ ਜੁੜੇ ਰਹਿੰਦੇ ਨੇ, ਉੱਠਦੇ ਆ, ਬੈਠਦੇ ਆ, ਸੁੱਤੇ ਆ, ਜਾਗਦੇ ਆ, ਹਰ ਵੇਲੇ ਵਾਹਿਗੁਰੂ ਜੀ ਦੀ ਸਿਫਤ ਸਲਾਹ ਕਰਦੇ ਨੇ। ਤੇ ਸਤਿਗੁਰੂ ਜੀ ਕਹਿੰਦੇ ਸੱਚ ਵਿੱਚ ਹੀ ਸਮਾ ਜਾਂਦੇ ਨੇ।
ਜਿਹੜੇ ਕੇਵਲ ਕੂੜ ਨਾਲ ਜੁੜੇ ਨੇ, ਕੂੜ ਕਮਾਣੈ ਕੂੜੋ ਹੋਵੇ, ਨਾਨਕ ਸਿਬਤ ਵਿਗਾਸ। ਜਿਹੜੇ ਕੂੜ ਨਾਲ ਜੁੜੇ ਨੇ ਉਹਨਾਂ ਨੂੰ ਕੂੜ ਹੀ ਮਿਲੇਗਾ, ਉਹ ਦੁਖੀ ਰਹਿਣਗੇ। ਪਰ ਜਿਹੜੇ ਸਤਿਗੁਰੂ ਤੇ ਗੁਰੂ ਕੀ ਸੰਗਤ ਰਾਹੀਂ ਵਾਹਿਗੁਰੂ ਜੀ ਦੇ ਨਾਮ ਜੁੜ ਗਏ, ਉਹ ਸੱਚ ਵਿੱਚ ਸਮਾ ਜਾਂਦੇ ਨੇ, ਪਰਮਾਤਮਾ ਚ ਅਭੇਦ ਹੋ ਜਾਂਦੇ, ਲਿਵਲੀਨ ਹੋ ਜਾਂਦੇ ਹਨ। ਜਿਨੀ ਸਚੜਾ ਸੱਚ ਧਿਆਇਆ, ਹਉ ਤਿਨ ਕੈ ਲਾਗੋ ਪਾਏ। ਧੰਨ ਗੁਰੂ ਅਮਰਦਾਸ ਜੀ ਅਖੀਰ ਤੇ ਫਿਰ ਕਹਿੰਦੇ, ਜਿਨ੍ਹਾਂ ਨੇ ਗੁਰੂ ਕੇ ਗਿਆਨ ਰਾਹੀਂ ਸਦਾ ਕਾਇਮ ਰਹਿਣ ਵਾਲੇ ਵਾਹਿਗੁਰੂ ਜੀ ਦਾ ਸਿਮਰਨ ਕੀਤਾ, ਸੱਚੇ ਨਾਮ ਦਾ ਸਿਮਰਨ ਕੀਤਾ, ਭਾਈ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ। ਦੇਖੋ 4 ਬੰਦ ਨੇ ਮੁੱਖ ਵਾਕ ਦੇ। ਪਹਿਲੇ ਬੰਦ 'ਚ ਕਿਹਾ ਸੀ ਸਰੀਰ ਨਾਸਵੰਤ ਹੈ, ਇਹਦਾ ਹੰਕਾਰ ਨਾ ਕਰੋ, ਇਹਦੇ ਮੋਹ 'ਚ ਨਾ ਪਾਓ। ਇਸ ਸਰੀਰ ਵਿੱਚ ਰਹਿੰਦੇ ਆ ਜਿਹੜੇ ਦੁੱਖ ਨੇ, ਉੱਥੇ ਤੁਹਾਡਾ ਕਿਸੇ ਨੇ ਕੋਈ ਮਦਦਗਾਰ ਨਹੀਂ ਬਣਨਾ। ਫਿਰ ਸਤਿਗੁਰੂ ਜੀ ਨੇ ਕਿਹਾ ਸੀ ਇਹ ਸਰੀਰ ਕੰਚਨ ਵੰਨਾ ਹੋ ਸਕਦਾ ਹੈ ਜੇ ਅਸੀਂ ਗੁਰੂ ਕੇ ਗਿਆਨ ਰਾਹੀਂ ਪ੍ਰਮਾਤਮਾ ਦੇ ਪਿਆਰ ਵਿੱਚ ਜੁੜੀਏ। ਇਹ ਸਰੀਰ ਹਰਮੰਦਰ ਬਣ ਜਾਂਦਾ ਹੈ, ਸੋਨੇ ਰੰਗਾ ਬਣ ਜਾਂਦਾ ਹੈ, ਪਵਿੱਤਰ ਹੋ ਜਾਂਦਾ ਹੈ। ਔਰ ਸਾਨੂੰ ਸਾਡੇ ਸਤਿਗੁਰੂ ਜੀ ਨੇ ਤੀਸਰੇ ਬੰਦ ਦੇ ਰਾਹੀਂ ਇਹ ਗੱਲ ਕਹੀ ਹੈ ਕਿ ਜੇ ਸਰੀਰ ਨੂੰ ਤੁਸੀਂ ਕੰਚਨ ਵੰਨਾ ਬਣਾਉਣਾ ਤੇ ਗੁਰੂ ਕੇ ਗਿਆਨ ਰਾਹੀਂ ਪ੍ਰਮਾਤਮਾ ਦੇ ਪਿਆਰ ਵਿੱਚ ਜੁੜੋ। ਜਿਹੜੇ ਜੁੜ ਗਏ ਉਹਨਾਂ ਦੇ ਅੰਦਰ ਪ੍ਰਮਾਤਮਾ ਦਾ ਗੂੜਾ ਰੰਗ ਚੜ੍ਹ ਜਾਂਦਾ ਹੈ, ਵਾਹਿਗੁਰੂ ਜੀ ਦੀ ਭਾਵ ਭਗਤੀ ਆ ਜਾਂਦੀ ਹੈ। ਗੁਰੂ ਤੋਂ ਬਿਨਾਂ ਪ੍ਰਮਾਤਮਾ ਦੇ ਪਿਆਰ 'ਚ ਅਸੀਂ ਨਹੀਂ ਜੁੜ ਸਕਦੇ। ਔਰ ਆਖਰੀ ਬੰਦ ਸਤਿਗੁਰੂ ਜੀ ਨੇ ਉਹਨਾਂ ਦੀ ਵਡਿਆਈ ਕੀਤੀ, ਉਹਨਾਂ ਸਰੀਰਾਂ ਦੀ ਵਡਿਆਈ ਕੀਤੀ ਜਿਹੜੇ ਸਤਿਗੁਰੂ ਰਾਹੀਂ ਪ੍ਰਮਾਤਮਾ ਦੇ ਪਿਆਰ ਵਿੱਚ ਜੁੜੇ। ਸਤਿਗੁਰੂ ਜੀ ਕਹਿੰਦੇ ਉਹਨਾਂ ਨੂੰ ਤਾਂ ਮੈਂ ਨਮਸਕਾਰ ਕਰਦਾ ਹਾਂ, ਉਹ ਤੇ ਇੰਨੇ ਪਵਿੱਤਰ ਨੇ, ਜਿੱਥੇ ਬੈਠਣ ਸਾਧ ਜਨ ਸੋ ਥਾਨ ਸੁਹੰਦਾ। ਉਹ ਤੇ ਧਰਤੀ ਭਾਗਾਂ ਵਾਲੀ ਬਣ ਜਾਂਦੀ, ਜਿੱਥੇ ਰੱਬ ਦੇ ਪਿਆਰੇ ਬੈਠਦੇ ਨੇ, ਹਰੀ ਭਰੀ ਹੋ ਜਾਂਦੀ ਹੈ। ਜੇ ਉਹਨਾਂ ਦੀ ਸੰਗਤ 'ਚ ਬੈਠੀਏ ਸਾਡਾ ਮਨ ਪਵਿੱਤਰ ਹੁੰਦਾ ਹੈ, ਸਾਡਾ ਮਨ ਪ੍ਰਮਾਤਮਾ ਦੇ ਪਿਆਰ ਵਿੱਚ ਜੁੜਦਾ ਹੈ। ਔਰ ਇਸੇ ਕਰਕੇ ਸਾਨੂੰ ਸਾਡੇ ਸਤਿਗੁਰੂ ਜੀ ਨੇ ਕਿਹਾ ਕਿ ਜ਼ਿੰਦਗੀ ਮਿਲੀ ਇਹਨੂੰ ਸਫਲ ਬਣਾਓ। ਭਾਈ ਗੁਰਦਾਸ ਜੀ ਦਾ ਇੱਕ ਬਚਨ ਕਹਿ ਕੇ ਸਮਾਪਤੀ ਕਰਾਂਗੇ ਕਿ ਕਤ ਪੁੰਨ ਮਾਨਸ ਜਨਮ, ਕਤ ਸਾਧ ਸੰਗ, ਨਿਸ ਦਿਨ ਕੀਰਤਨ ਸਮੇਂ ਚੱਲ ਜਾਈਏ। ਕਦੋਂ ਮੁੜ ਕੇ ਜ਼ਿੰਦਗੀ ਮਿਲਣੀ ਹੈ ਜਾਂ ਕਿੰਨਾ ਚਿਰ ਰਹਿਣੀ ਹੈ ਕੋਈ ਪਤਾ ਨਹੀਂ ਹੈ। ਔਰ ਜਿੰਨਾ ਚਿਰ ਹੈ ਦਿਨ ਰਾਤ ਸਤ ਸੰਗਤ ਵਿੱਚ ਜ਼ਰੂਰ ਜਾਇਆ ਕਰੀਏ, ਸਤਿਪੁਰਖਾਂ ਕੋਲ ਜ਼ਰੂਰ ਬੈਠੀਏ। ਸਤਿਗੁਰੂ ਜੀ ਨੇ ਇਸ ਮੁੱਖ ਵਾਕ ਰਾਹੀਂ ਸਰੀਰ ਦੀ ਮਹਾਨਤਾ ਦਰਸਾ ਕੇ ਨਾਲ ਨਾਸਵੰਤ ਦੱਸ ਕੇ ਗੁਰੂ ਕੇ ਗਿਆਨ ਰਾਹੀਂ ਪ੍ਰਮਾਤਮਾ ਦੇ ਪਿਆਰ ਜੁੜ ਕੇ ਇਹਨੂੰ ਕੰਚਨ ਵੰਨਾ ਬਣਾਉਣ ਦੀ ਪ੍ਰੇਰਣਾ ਕੀਤੀ ਹੈ ਤੇ ਨਾਲ ਜਿਹੜੇ ਬਣ ਗਏ ਉਹਨਾਂ ਦੀ ਵਡਿਆਈ ਵੀ ਕੀਤੀ ਹੈ। ਸਤਿਗੁਰੂ ਜੀ ਮਿਹਰ ਕਰਨ, ਬਚਨ ਸਾਡੇ ਹਿਰਦੇ 'ਚ ਵਸਣ। ਮੈਂ ਬੇਨਤੀ ਕਰਾਂ, ਕੱਲ ਦਾ ਦਿਹਾੜਾ ਜਿਹੜਾ ਹੈ ਗੁਰਦੁਆਰਾ ਸ੍ਰੀ ਪੌਂਟਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਿੱਥੇ 4.5 ਸਾਲ ਬਤੀਤ ਕੀਤੇ, ਜਿੱਥੇ ਜਾਪ ਸਾਦੀ ਤੇ ਹੋਰ ਬੇਅੰਤ ਬਾਣੀ ਉਚਾਰਨ ਕੀਤੀ, ਬਾਬਾ ਅਜੀਤ ਸਿੰਘ ਜੀ ਦਾ ਇਸ ਤੇ ਜਨਮ ਹੋਇਆ, ਜਿੱਥੇ ਸਤਿਗੁਰੂ ਜੀ ਨੇ ਜ਼ਿੰਦਗੀ ਦੀ ਪਹਿਲੀ ਜੰਗ ਭੰਗਾਣੀ ਸਾਹਿਬ ਜੀ ਦੀ ਜਿੱਤੀ। ਇਹ ਗੁਰਦੁਆਰਾ ਇਹ ਕਦੀ ਮਹੰਤਾਂ ਦੇ ਕਬਜ਼ੇ ਵਿੱਚ ਸੀ ਔਰ ਗੁਰਸਿੱਖਾਂ ਨੇ ਇੱਕ ਲਹਿਰ ਚਲਾਈ ਜਦੋਂ ਮਹੰਤਾਂ ਕੋਲ ਗੁਰਦੁਆਰੇ ਛਡਾਏ। 22 ਮਈ 1964 ਨੂੰ ਇਸ ਗੁਰਦੁਆਰੇ ਦੀ ਸੁਤੰਤਰਤਾ ਦੇ ਲਈ ਜਦੋਂ ਗੁਰੂ ਕੇ ਸਿੰਘ ਉੱਥੇ ਪਹੁੰਚੇ, ਲਾਡਲੀਆਂ ਫੌਜਾਂ ਪਹੁੰਚੀਆਂ, ਮਹੰਤਾਂ ਨੇ ਪੁਲਿਸ ਨੇ ਰਲ ਕੇ ਉਹਨਾਂ ਸਿੰਘਾਂ ਤੇ ਗੋਲੀ ਚਲਾਈ। 13 ਸਿੰਘ ਉੱਥੇ ਸ਼ਹੀਦ ਹੋ ਗਏ ਸਨ। ਬਾਬਾ ਨਿਹਾਲ ਸਿੰਘ ਜੀ ਹਰੀਆਂ ਵੇਲਾਂ ਵਾਲੇ, ਉਹਨਾਂ ਦੇ ਵੀ ਗੋਲੀ ਲੱਗੀ ਸੀ। ਔਰ ਉਹਨਾਂ ਦੀ ਯਾਦ ਵਿੱਚ ਕੱਲ ਨੂੰ ਉੱਥੇ 22 ਮਈ ਨੂੰ ਬੜਾ ਤਗੜਾ ਜੋੜ ਮੇਲਾ ਹੋ ਰਿਹਾ ਪੌਂਟਾ ਸਾਹਿਬ ਦੀ ਧਰਤੀ ਤੇ। ਉਹਨਾਂ ਸ਼ਹੀਦਾਂ ਨੂੰ ਨਮਸਕਾਰ ਕਰਨ ਲਈ ਸੰਗਤਾਂ ਪਹੁੰਚ ਰਹੀਆਂ ਨੇ। ਕੱਲ ਨੂੰ ਉਹ ਦਿਹਾੜਾ ਹੈ। ਅੱਜ ਦੇ ਮੁੱਖ ਵਾਕ ਰਾਹੀਂ ਸਾਨੂੰ ਸਾਡੇ ਸਤਿਗੁਰੂ ਜੀ ਨੇ ਪ੍ਰੇਰਣਾ ਕੀਤੀ ਕਿ ਗੁਰੂ ਕੇ ਗਿਆਨ ਰਾਹੀਂ ਅਸੀਂ ਸਰੀਰ ਨੂੰ ਸਫਲ ਬਣਾ ਲਈਏ। ਆਖਰੀ ਬਚਨ ਭਾਈ ਸਾਹਿਬ ਜੀ ਪਾਸੋਂ ਸਰਵਣ ਕਰੀਏ ਦੇ ਨਾਲ ਸਮਾਪਤੀ ਹੈ। ਭੁੱਲ ਚੁੱਕ ਦੀ ਖਿਮਾ ਜੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ, ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਧੰਨਵਾਦ। ਮਾਨਯੋਗ ਸਿੰਘ ਸਾਹਿਬ ਜੀ ਦਾ, ਗੁਰੂ ਰੂਪ ਸਿੰਘ ਜੀ ਦਾ ਧੰਨਵਾਦ ਜੀ। ਆਓ ਸਮਾਪਤੀ ਕਰੀਏ ਜੀ। ਅਨ ਦਿਨ ਭਗਤ ਕਰਹਿ ਰੰਗ ਰਾਤੇ, ਨਾਨਕ ਸੱਚ ਸਮਾਏ। ਜਿਨੀ ਸਚੜਾ ਸੱਚ ਧਿਆਇਆ, ਹਉ ਤਿਨ ਕੈ ਲਾਗੋ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।